ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੋ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੋ ਨਾਹੀ ਵਿਸਰਿਆ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ, ਸਾਂਝੀ ਵਾਰਤਾ ਦੇ ਪ੍ਰਤੀਕ ਗੁਰੂ ਗਰੀਬ ਨਵਾਜ ਜਬਰ ਛਤਰ ਤਖਤ ਦੀ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਜੀ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ। ਸਾਹਿਬਾਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਪਿਆਰ ਨਾਲ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਆਓ ਸਮਾਂ ਹੈ ਇਤਿਹਾਸਕ ਵਿਚਾਰਾਂ ਦਾ। ਆਪ ਸਰਬੱਤ ਮਾਈ ਭਾਈ ਮਨ ਦੀ ਇਕਾਗਰਤਾ ਨੂੰ ਬਣਾ ਕੇ ਤੇ ਪਾਵਨ ਵਿਚਾਰ ਦੇ ਨਾਲ ਜੁੜਨਾ ਕਰਨਾ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਮਾਈ ਭਾਈ ਫਤਿਹ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ, ਜਿਨ੍ਹਾਂ ਦਾ ਜੀਵਨ ਇਤਨਾ ਮਹਾਨ ਹੈ, ਕਿਸੇ ਵੀ ਦੁਨੀਆ ਦੇ ਮਨੁੱਖ ਕੋਲ ਉਹ ਲਫ਼ਜ਼ ਨਹੀਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਕਰ ਸਕੇ। ਜਿੰਨੀ ਵਡਿਆਈ ਗੁਰੂ ਨਾਨਕ ਸਾਹਿਬ ਦੀ ਹੁੰਦੀ ਹੈ, ਹੋਰ ਵੱਧਦੀ ਜਾਂਦੀ ਹੈ, ਹੋਰ ਵੱਧਦੀ ਜਾਂਦੀ ਹੈ। ਜਿੰਨੀ ਸਿਫਤ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਕਰੀਏ, ਉਹਨਾਂ ਦੀ ਹੋਰ ਸਿਫਤ ਵੱਧਦੀ ਹੈ, ਉਹਨਾਂ ਦੀ ਹੋਰ ਬਖਸ਼ਿਸ਼ ਤੇ ਰਹਿਮਤ ਹੁੰਦੀ ਹੈ। ਜਿੰਨਾ ਕੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਹਿਬਾਂ ਨੂੰ ਨੇੜੇ ਹੋ ਕੇ ਵੇਖਦਾ ਹੈ, ਉਹਨਾਂ ਹੀ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਨਾਲ ਮਨੁੱਖ ਝੋਲੀਆਂ ਭਰ ਲੈਂਦਾ ਹੈ। ਆਪ ਸਾਹਿਬਾਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੇ। ਹਾਲਾਂਕਿ ਸਮਾਂ ਸਮਾਜ ਦੇ ਵਿੱਚ ਕੁਝ ਐਸਾ ਚੱਲ ਰਿਹਾ ਹੈ, ਕੁਝ ਮਹਾਮਾਰੀ ਦਾ ਇਹ ਦੌਰ ਜਿਹੜਾ ਹੈ ਚੱਲ ਵੀ ਰਿਹਾ ਹੈ ਤੇ ਕੁਝ ਗੁਜ਼ਰਿਆ ਵੀ ਹੈ। ਪਰ ਫਿਰ ਵੀ ਮੈਂ ਕਹਿੰਦਾ ਹੈ, ਗੁਰੂ ਨਾਨਕ ਸਾਹਿਬ ਨੇ ਆਪ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਇਹ ਸਾਡਾ ਸੁਭਾਗ ਹੈ ਕਿ ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਗੁਰਦੇਵ ਪਾਤਸ਼ਾਹ ਜੀ ਬਾਣੀ ਦਾ ਇੱਕ ਬਚਨ ਹੈ। ਗੁਰਦੇਵ ਆਖਦੇ ਨੇ, ਸਤਿਗੁਰ ਵੱਡਾ ਕਰ ਸਾਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਜਿਸ ਮਾਲਕ ਅੰਦਰ ਬੇਅੰਤ ਵਡਿਆਈਆਂ ਬਖਸ਼ਿਸ਼ਾਂ ਤੇ ਰਹਿਮਤਾਂ ਨੇ ਨਾ, ਐਸੇ ਸਤਿਗੁਰ ਨੂੰ ਵਾਕਿਆ ਹੀ ਸਲਾਹੁਣਾ ਚਾਹੀਦਾ ਹੈ। ਆਪਾਂ ਦੁਨੀਆ ਦੀ ਤਾਂ ਸਿਫਤ ਕਰਦੇ ਰਹਿੰਦੇ ਹਾਂ, ਸੰਸਾਰੋਂ ਤਾਂ ਵਡਿਆਉਂਦੇ ਰਹਿੰਦੇ ਹਾਂ, ਪਰ ਕਦੇ ਗੁਰੂ ਦੀ ਵਡਿਆਈ ਕਰਕੇ ਵੇਖੀਏ। ਜਿਨ੍ਹਾਂ ਨੇ ਗੁਰੂ ਦੀ ਸਿਫਤ ਸਲਾਹ ਕੀਤੀ, ਗੁਰੂ ਦੀ ਵਡਿਆਈ ਕੀਤੀ, ਫਿਰ ਗੁਰੂ ਵੀ ਉਹਨਾਂ ਨੂੰ ਡੁੱਬਣ ਨਹੀਂ ਦਿੰਦਾ, ਇਸ ਭਵਜਲ ਦੇ ਸੰਸਾਰ 'ਚ ਉਤਾਰ ਦਿੰਦਾ ਹੈ। ਮੇਰੇ ਸਾਹਿਬ ਦੇ ਪਾਵਨ ਬਾਣੀ ਦੇ ਬਚਨ ਨੇ, ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। गुरु तो बिना मुक्ति नहीं, गुरु तो बिना खलासी नहीं।
पर जे गुरु नदर कर देवे, मेहर कर देवे, तो याद रखियो फिर ये डुबदे हुए बेड़ियां नूं भी तारन दी समर्था रखता है। गुरु एक ऐसी बख्शिश करता है कि जेड़े जन्मां जन्मां तो विछड़े हुए ने, गुरु उन्हां नूं दोबारा मिला देता है। गुरु मनुख दे अंदर नूं कोमलता नाल भर दिंदा है, सत संतोख दया धर्म धीरज नाल भर दिंदा है। मनुख दे जीवन दे विच खेड़ा ते आनंद भर दिंदा है। गुरु असल दे विच है ही सुखां दा दाता, गुरु है ही असल दे विच गुणां दा खजाना, गुरु असल दे विच है ही वडियाई ते सिफत सलाह दा खजाना। जिन्ना असीं गुरु दी वडियाई सिफत करांगे, उन्नियां ही रहमतां ते बख्शिशां दे पात्र बन जावांगे। कल रोज आपां रात दे दीवाना विच तीन ਜਿਹੜੀਆਂ ने सिक्ख्यावां गुरु नानक साहब पातशाह जी दीयां विचारियां सन कि पहली सिक्ख्या गुरु नानक साहब महाराज जी ने इस जगत नूं दित्ती 7 साल की उम्र विच, जदों वो पांधे कोल पढ़न वास्ते गए, टीचर कोल पढ़न वास्ते गए, तो यह सवाल किया भी ये जिहड़ी तुसीं विद्या पढ़ा रहे हो, इहदे नाल की हुंदा है। तो गुरु नानक देव महाराज पातशाह जी ने उत्थे जिथे सवाल किया, तो अगों पांधे ने आखे कि बंदा इहदे नाल इंसान बनता है। साहब आखदे इंसान नहीं, ये निरी दुनियावी विद्या दुनियावी ज्ञान मनुख नूं शैतान बना दिंदा है। पर जे अध्यात्मक ज्ञान होवे, रब्बी ज्ञान होवे, तां कोई मनुख फिर वाकई ही इंसान बन जाता है। अध्यात्मक ज्ञान तो बिना जीवन विच इंसानियत का जन्म नहीं हुंदा। दूसरी गल, गुरु साहब ने उस समय जदों पातशाह जी नूं जंजू पहनाया जाना है, उदों भी एक सवाल किया भी क्यों पहनाया जा रहा है। तो अगों पंडित हरदयाल जी आखते हैं कि बंदा इहदे नाल धर्मी बनता है। गुरुदेव आखते नहीं भाई, केवल बाहरी पहरावे दे नाल मनुख धर्मी नहीं बन सकता। गुरु अर्जन साहब पातशाह जी का पावन बचन सुखमणी साहब में पढ़ते हैं ना, बाहर ज्ञान ध्यान इशनान अंतर व्यापै लोभ सुआन। बाहरों सारे धार्मिक कर्म करता है, पर अंदर धर्म का एक किणका भी नजर नहीं आता। भाव तेरे जीवन विच धर्म नहीं है, वेखण विच है, पर तू धर्म नूं जीवन विच कमाया नहीं है। इस करके तेरे जीवन विच दया नहीं, संतोख नहीं, तेरे जीवन दे विच जत ते सत नहीं। जे तू वाकई धर्मी बनना है, फिर तू दया दा असल विच जंजू पहना। जे तू वाकई ही धर्मी बनना है, फिर संतोख दा, फिर उच्चे आचरण दा, फिर तू सच दा जंजू पहना, तां ही असल दे विच तू धर्मी बन सकना है। नहीं तां ये केवल बाहरी तौर ते जे तू आखे भी जंजू पाउण नाल धर्मी हुंदा है, सब आखदे मैं इस गल नूं परवाह नहीं करता। तीसरी गल, गुरु साहब ने फिर भुखियां नूं लंगर ला के 20 रुपया का लंगर ला के ते एक गल समझा दी, भलिया भगती ते बंदगी का मार्ग मनुख उदों अपनाउंदा है जदों मनुख की तन की खुराक जिहड़ी है उहनूं मिलदी है। ते तन की खुराक मिलण तो बाद मनुख नूं तन की भुख मिट जावे, ते मनुख नूं आत्मक भुख की जिहड़ी है, मनुख नूं भुख लगे, आत्मक खुराक की भुख लगे, तां उदों मनुख धर्म के राह ते तुरदा है। नहीं तो मनुख इस तन की भुख नूं मिटाउण वास्ते ही संसार दे अंदर केवल कामकार किरत करते करता है, पर अध्यात्मक भुख उन्ना चिर नहीं मिटती जिन्ना चिर आध्यात्मक खुराक नहीं मिलती। ते जिन्ना चिर अध्यात्मक खुराक नहीं मिलती, उन्ना चिर बंदा तन की भुख तो आजाद नहीं हो सकता। गुरु नानक साहब के बचन ने, साहब आखते ने, साचे नाम की लागै भूख, पुत भूखै खाए चलिए दुख, सो क्यों विसरै मेरी माए, साचा साहिब साचे नाए, साचे नाम की दिल वडियाई, आख थके कीमत नहीं पाई। महाराज आखदे प्यारिया एक गल याद रखी, जदों तक तेनू इस संसार दे अंदर माइक पदार्थां की भुख है ते अध्यात्मक भुख नहीं लगी, समझी अजे धर्म के मार्ग ते नहीं तुरिया। जिदन धर्म के मार्ग ते तुरेगा, उस दिन फिर ये भुख शांत हो जाएगी। पर वो होना नाम तो बिना नहीं, वो होना ज्ञान गुरबाणी तो बिना नहीं, गुरु की कृपा नहीं ये बख्शिश वरतदी है। इस तो अगे आप चलते हैं।
ਸਮਾਂ ਗੁਜ਼ਰਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜਿੱਥੇ ਸੱਚ ਦਾ ਵਪਾਰ ਕਰਨਾ ਮਨੁੱਖ ਨੂੰ ਸਿਖਾਇਆ, ਸੱਚ ਦਾ ਸੌਦਾ ਕਰਨਾ ਵਿਖਾਇਆ, ਉੱਥੇ ਹੀ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਗ੍ਰਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਹੈ। ਬਟਾਲੇ ਨਗਰ ਦੇ ਰਹਿਣ ਵਾਲੇ ਭਾਈ ਮੂਲ ਚੰਦ ਜੀ ਅਤੇ ਚੰਦੋ ਰਾਣੀ ਜੀ, ਉਹਨਾਂ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ, ਨਾਂ ਰੱਖਿਆ ਸੁਲੱਖਣੀ। ਜਿਹੜੇ ਮੂਲ ਚੰਦ ਜੀ ਨੇ ਅਸਲ ਦੇ ਵਿੱਚ ਇਹ ਵੀ ਪਟਵਾਰੀ ਨੇ, ਤੇ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਿਤਾ ਵੀ ਪਟਵਾਰੀ ਸਨ। ਜਿਹੜੀ ਬੇਬੇ ਨਾਨਕੀ ਜੀ ਹੈ, ਬੇਬੇ ਨਾਨਕੀ ਜੀ ਦਾ ਜਿਹੜਾ ਵਿਆਹ ਹੈ ਉਹ ਭਾਈ ਜੈ ਰਾਮ ਜੀ ਨਾਲ ਹੋਇਆ, ਤੇ ਭਾਈ ਜੈ ਰਾਮ ਜੀ ਨੌਕਰੀ ਕਰਦੇ ਨੇ ਸੁਲਤਾਨਪੁਰ ਦੌਲਤ ਖਾਂ ਕੋਲ। ਇਹ ਰਿਸ਼ਤਾ ਰਾਏ ਬੁਲਾਰ ਜੀ ਨੇ ਕਰਵਾਇਆ ਸੀ, ਤੇ ਰਾਏ ਬੁਲਾਰ ਜੀ ਕੋਲ ਨੌਕਰੀ ਕੌਣ ਕਰਦੇ ਨੇ? ਗੁਰੂ ਨਾਨਕ ਸਾਹਿਬ ਦੇ ਪਿਤਾ ਪਟਵਾਰੀ ਨੇ। ਇਹ ਰਿਸ਼ਤਾ ਰਾਏ ਬੁਲਾਰ ਜੀ ਨੇ ਕਰਵਾਇਆ। ਭਾਈ ਜੈ ਰਾਮ ਜੀ ਦਾ ਬੇਬੇ ਨਾਨਕੀ ਜੀ ਦੇ ਨਾਲ ਵਿਆਹ ਹੋਇਆ ਸੀ, ਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਰਿਸ਼ਤਾ ਹੈ ਨਾ, ਯਾਦ ਰੱਖਿਓ ਭਾਈ ਜੈ ਰਾਮ ਜੀ ਨੇ ਕਰਵਾਇਆ ਸੀ। ਕਿਉਂਕਿ ਜਿਹੜੇ ਮੂਲ ਚੰਦ ਜੀ ਨੇ ਬਟਾਲੇ ਦੇ ਰਹਿਣ ਵਾਲੇ, ਉਹ ਵੀ ਅਸਲ ਦੇ ਵਿੱਚ ਪਟਵਾਰੀ ਨੇ, ਤੇ ਉਹਨਾਂ ਦਾ ਵੀ ਜਿਹੜਾ ਸੁਲਤਾਨਪੁਰ ਆਉਣਾ ਜਾਣਾ ਬਣਿਆ ਰਹਿੰਦਾ ਸੀ। ਤੇ ਉਧਰੋਂ ਜਿਹੜੇ ਭਾਈ ਜੈ ਰਾਮ ਜੀ ਨੇ ਉਹ ਵੀ ਨੌਕਰੀ ਕਰਦੇ ਨੇ, ਤਾਂ ਉਹਨਾਂ ਦੀ ਸਾਂਝ ਜਿਹੜੀ ਹੈ ਮੂਲ ਚੰਦ ਜੀ ਨਾਲ ਹੋਈ। ਉਹ ਤਲਾਸ਼ ਕਰ ਰਹੇ ਸਨ ਬੱਚੇ ਦੀ, ਲੜਕੇ ਦੀ ਤਲਾਸ਼ ਕਰ ਰਹੇ ਨੇ ਮੂਲ ਚੰਦ ਜੀ, ਵੀ ਕੋਈ ਐਸਾ ਲੜਕਾ ਮੇਰੀ ਧੀ ਵਾਸਤੇ ਚੰਗਾ ਵਰ ਹੋਵੇ ਜਿਹੜਾ ਮੇਰੀ ਧੀ ਨੂੰ ਸੁਖੀ ਰੱਖੇ। ਤੇ ਜਦੋਂ ਭਾਈ ਜੈ ਰਾਮ ਜੀ ਨੇ ਬੇਬੇ ਨਾਨਕੀ ਜੀ ਨਾਲ ਗੱਲ ਕੀਤੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਾਰੇ, ਤਾਂ ਉਸ ਸਮੇਂ ਇਹ ਰਿਸ਼ਤਾ ਜਿਹੜਾ ਪੱਕਾ ਹੋਇਆ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਵਿਆਹ ਜਿਹੜਾ ਬਟਾਲੇ ਵਿਖੇ ਮੂਲ ਚੰਦ ਦੀ ਧੀ ਮਾਤਾ ਸੁਲੱਖਣੀ ਜੀ, ਆਪਾਂ ਪਿਆਰ ਨਾਲ ਕਹਿੰਦੇ ਆ, ਮਾਤਾ ਸੁਲੱਖਣੀ ਜੀ ਨਾਲ ਹੋਇਆ। ਗੁਰੂ ਪਾਤਸ਼ਾਹ ਜੀ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ, ਬਾਬਾ ਲਖਮੀ ਚੰਦ ਜਿਹੜੇ ਕੀ ਵੱਡੇ ਸਨ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਚੰਦ, ਇਹ ਦੋ ਭਰਾ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਸਮੇਂ ਤੱਕ ਸੁਲਤਾਨਪੁਰ ਵਿੱਚ ਆ ਕੇ ਤੇ ਇੱਥੇ ਮੋਦੀ ਖਾਨੇ ਵਿੱਚ ਉਹਨਾਂ ਨੇ ਆਪਣੀ ਕੰਮ ਆਰੰਭ ਕਰ ਲਈ, ਜਿਹੜੀ ਆਪਣੀ ਕਿਰਤ ਹੈ ਉਹ ਆਰੰਭ ਕਰ ਲਈ ਸੀ। ਭਾਈ ਜੈ ਰਾਮ ਜੀ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਦੌਲਤ ਖਾਂ ਦੇ ਮੋਦੀ ਖਾਨੇ ਲਵਾ ਦਿੱਤਾ ਸੀ। ਇੱਥੇ ਗੱਲ ਸਮਝਣ ਵਾਲੀ ਹੈ। ਯਾਦ ਰੱਖਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਆਪਾਂ ਕੇਵਲ ਇਹ ਸਮਝਦੇ ਹਾਂ ਵੀ ਉਹ ਸਿਰਫ ਜਿਹੜੇ ਲੋਕ ਆਉਂਦੇ ਸਨ ਉਹਨਾਂ ਨੂੰ ਤੋਲ ਕੇ ਦਿੰਦੇ ਸਨ। ਨਹੀਂ ਪਿਆਰਿਓ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਥੱਲੇ ਕਿੰਨੇ ਹੀ ਕੰਮ ਕਰਨ ਵਾਲੇ ਸਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਸ ਸਮੇਂ, ਜਿਵੇਂ ਆਪਾਂ ਕਹਿੰਦੇ ਆ ਨਾ, ਅੱਜ ਦੇ ਸਮੇਂ ਵਿੱਚ ਕਹਿੰਦੇ ਆ ਫੂਡ ਮਿਨਿਸਟਰ ਹੋਇਆ, ਜਿਹੜਾ ਉੱਤੇ ਜਿਹਦੇ ਕੋਲ ਸਾਰਾ ਜਿਹੜਾ ਖਾਣ ਪਾਣ ਦਾ ਜਿਹੜਾ ਸਾਰਾ ਪ੍ਰਬੰਧ ਹੁੰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਮੇਂ ਉਸ ਪ੍ਰਬੰਧ ਦੇ ਮਾਲਕ ਨੇ। ਮੋਦੀ ਖਾਨੇ ਵਿੱਚ ਪ੍ਰਬੰਧ ਦੇ ਮਾਲਕ ਸਨ। ਉਹਨਾਂ ਦੇ ਥੱਲੇ ਕਿੰਨੇ ਲੋਕ ਕੰਮ ਕਰਨ ਵਾਲੇ ਨੇ। ਇਹ ਤਾਂ ਕੇਵਲ ਇੱਕ ਵਾਰ ਇੱਕ ਸਿੱਖ ਭਾਈ ਭਗੀਰਥ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਇਆ ਸੀ, ਤੇ ਗੁਰੂ ਸਾਹਿਬ ਨੇ ਧਰਮ ਦੀ ਕਿਰਤ ਕਰਨ ਦੀ ਜਾਚ ਸਿਖਾਉਣੀ ਸੀ। ਭਾਈ ਭਗੀਰਥ ਆਇਆ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਕਹਿਣ ਲੱਗਾ ਬਾਬਾ ਮੈਂ ਕੁਝ ਰਾਸ਼ਨ ਲੈਣਾ। ਕਹਿਣ ਲੱਗੇ ਆ ਮੈਂ ਤੈਨੂੰ ਦੇਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਸਮੇਂ, ਯਾਦ ਰੱਖਿਓ, ਤੋਲਦੇ ਨੇ, ਤੇ ਜਦੋਂ ਤੋਲਦੇ ਨੇ ਪੁਰਾਣੇ ਬਜ਼ੁਰਗ ਜਿਹੜੇ ਨੇ, ਯਾਦ ਰੱਖਿਓ ਗਿਣਤੀ ਕੁਝ ਇਸ ਤਰੀਕੇ ਨਾਲ ਕਰਦੇ ਸਨ। ਉਹ ਗਿਣਤੀ ਤੇ ਭਾਵੇਂ ਚੱਲਦੀ ਸੀ, ਪਰ ਉਸ ਇੱਕ ਸ਼ਬਦ ਨੂੰ ਹੀ ਬਾਰ-ਬਾਰ ਦੁਹਰਾਉਂਦੇ ਸਨ। 10 ਪੀਪੇ ਪਾ ਦਿੱਤੇ ਤੈਨੂੰ 1 ਹੀ ਗਿਣਨਾ, 20 ਪਾ ਦਿੱਤੇ ਤੈਨੂੰ 3 ਗਿਣਨਾ, 2 ਗਿਣਨਾ, 30 ਪਾ ਦਿੱਤੇ 3 ਗਿਣਨਾ। ਉਹ 10 ਪਾ ਕੇ ਇੱਕ ਇਸ ਤਰੀਕੇ ਨਾਲ ਗਿਣਤੀ ਕਰ ਦਿੰਦੇ ਸਨ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੋਲਣ ਲੱਗੇ ਤੇ ਉਹਨਾਂ ਆਖਿਆ ਵੀ 1, ਦੂਜਾ ਵੀ ਭਰ ਕੇ ਪਲੜਾ ਪਾ ਦਿੱਤਾ, ਕਹਿ ਲਗੇ 1, ਤੀਜਾ ਪਾਤਾ ਫਿਰ 1। ਇਸ ਤਰ੍ਹਾਂ ਜਦੋਂ 7 ਵਾਰ ਹੋ ਗਿਆ ਨਾ, ਤੇ ਭਾਈ ਭਗੀਰਥ ਕਹਿਣ ਲੱਗੇ ਵੀ ਬਾਬਾ ਬਸ ਕਰ, ਹੁਣ 7 ਹੋ ਗਏ। ਸਤਿਗੁਰੂ ਪਾਤਸ਼ਾਹ ਜੀ ਫਿਰ ਪਾਈ ਜਾਣ, ਕਹਿਣ ਲੱਗੇ 7, ਫਿਰ ਪਾਇਆ, ਕਹਿਣ ਲੱਗੇ 7। ਇਸ ਤਰ੍ਹਾਂ ਪਾਤਸ਼ਾਹ ਜੀ ਪਾਏ। ਜਦੋਂ 13 ਤੇ ਆਇਆ ਤੇ ਭਾਈ ਭਗੀਰਥ ਕਹਿਣ ਲੱਗੇ ਬਾਬਾ ਬਸ ਕਰ, ਹੁਣ 13 ਹੋ ਗਿਆ, 13 ਹੋ ਗਿਆ। ਸਾਹਿਬ ਕਹਿਣ ਲੱਗੇ ਬਸ ਇਹ ਤੇ ਕਹਿਣਾ ਅਸਲ ਵਿੱਚ ਔਖਾ ਹੈ, 13 ਹੀ ਕਹਿਣਾ ਤੇ ਔਖਾ ਹੈ। ਨਹੀਂ ਤੇ ਇਸ ਦੁਨੀਆ ਦੇ ਅੰਦਰ ਹਰ ਬੰਦਾ ਇਹ ਕਹਿੰਦਾ ਆ ਮੇਰਾ, ਆ ਵੀ ਮੇਰਾ, ਆ ਵੀ ਮੇਰਾ। 13 ਹੀ ਕਹਿਣਾ ਦੁਨੀਆ ਵਿੱਚ ਸਭ ਤੋਂ ਔਖਾ ਹੈ।
ਇਹ ਭਾਈ ਭਗੀਰਥ ਦੇ ਰਾਹੀਂ ਮਨੁੱਖਤਾ ਨੂੰ ਮਹਾਰਾਜ ਨੇ ਸਮਝਾਉਣਾ ਸੀ। ਕਿ ਕਦੀ ਭਾਈ ਭਗੀਰਥ ਨੇ ਪੁੱਛਿਆ ਮਹਾਰਾਜ ਨੂੰ, ਕਹਿ ਲਗੇ ਸਤਿਗੁਰੂ ਵੀ ਤੁਸੀਂ 3 ਹੀ ਅੱਖਰ ਕਿਉਂ ਚੁਣੇ? ਪਹਿਲਾਂ ਤੁਸੀਂ ਆਖਿਆ ਵੀ 1, ਫਿਰ ਆਖਿਆ 7, ਫਿਰ ਆਖਿਆ 13। ਮਹਾਰਾਜ ਕਹਿਣ ਲਗੇ ਪਹਿਲਾ 1 ਮੈਂ ਤਾਂ ਆਖਿਆ ਉਹ ਹੈ ਹੀ ਇੱਕ, ਸਾਰੀ ਕਾਇਨਾਤ ਦਾ ਮਾਲਕ ਇੱਕ ਹੈ। 7 ਮੈਂ ਤਾਂ ਆਖਿਆ ਵੀ ਉਹੀ 7 ਹੈ, ਬਾਕੀ ਸਭ ਝੂਠ ਹੈ, ਨਾਸ਼ਵਾਨ, ਉਹੀ 7 ਹੈ। 13 ਮੈਂ ਇਸ ਕਰਕੇ ਆਖਿਆ ਵੀ 13 ਕਹਿਣਾ ਦੁਨੀਆ ਵਿੱਚ ਔਖਾ ਹੈ, ਨਹੀਂ ਤੇ ਹਰ ਬੰਦਾ ਹਰ ਚੀਜ਼ ਤੇ ਦਾਅਵਾ ਕਰਦਾ ਹੈ, ਆ ਵੀ ਮੇਰਾ ਤੇ ਆ ਵੀ ਮੇਰਾ, ਆ ਵੀ ਮੇਰਾ। 13 ਕਿਹੜਾ ਕਹਿੰਦਾ? ਜਿੱਦਣ 13 ਕਹਿ ਦਿੱਤਾ, ਯਾਦ ਰੱਖਿਓ ਉਦਣ ਮਨੁੱਖ ਦੇ ਅੰਦਰੋਂ ਹਉਮੈ ਤੇ ਹੰਕਾਰ ਖਤਮ ਹੋ ਜਾਵੇ। ਉਦਣ ਮਨੁੱਖ ਦੀ ਜੀਵਨ ਦੇ ਵਿੱਚ ਕਹਿ ਲਗੇ ਸੋਝੀ ਉਹਨੂੰ ਪ੍ਰਾਪਤ ਹੋਵੇਗੀ, ਜੀਵਨ ਵਿੱਚ ਕ੍ਰਾਂਤੀ ਆ ਜਾਵੇਗੀ, ਜੀਵਨ ਚੜ੍ਹਦੀ ਕਲਾ ਵਿੱਚ ਆ ਜਾਵੇਗਾ। ਬਸ ਜਿੱਦਣ ਇਸ ਗੱਲ ਦੀ ਸਮਝ ਆ ਗਈ ਕਿ ਵੀ ਇਹ ਮਾਲਕ ਸਭ ਕੁਝ ਤੇਰਾ ਦਿੱਤਾ ਹੋਇਆ, ਤੇਰੀਆਂ ਹੀ ਦਾਤਾਂ, ਤੇਰੀਆਂ ਹੀ ਰਹਿਮਤਾਂ। ਹੁਣ ਇੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਮੋਦੀ ਖਾਨੇ ਵਿੱਚ ਰਹਿ ਰਹੇ ਨੇ ਤੇ ਇਹ ਕਾਰ ਕਰ ਰਹੇ ਨੇ, ਤੇ ਜਿਹੜੇ ਲੋਕ ਚੁਗਲੀ ਕਰਨ ਵਾਲੇ ਸਨ, ਜਿਹੜੇ ਲੋਕ ਨਿੰਦਿਆ ਕਰਨ ਵਾਲੇ ਸਨ, ਜਾਂ ਇੰਜ ਕਹਿ ਲਓ ਸਿੱਧੇ ਸ਼ਬਦਾਂ ਵਿੱਚ ਈਰਖਾ ਕਰਨ ਵਾਲੇ ਸਨ, ਉਹਨਾਂ ਲੋਕਾਂ ਨੇ ਨਵਾਬ ਦੌਲਤ ਖਾਨ ਨੂੰ ਜਾ ਕੇ ਆਖਿਆ ਵੀ ਇਹ ਨਾਨਕ ਜੀ ਤੋਂ ਪਹਿਲਾਂ ਵੀ ਕਈ ਲੋਕ ਜਿਹੜੇ ਨੇ ਉਹ ਅਸਲ ਦੇ ਵਿੱਚ ਮੋਦੀ ਖਾਨੇ ਵਿੱਚ ਕੰਮ ਕਰਦੇ ਸਨ, ਪਰ ਉਹਨਾਂ ਨੇ ਕਦੀ ਇਸ ਤਰ੍ਹਾਂ ਮੋਦੀ ਖਾਨਾ ਉਜਾੜਿਆ ਨਹੀਂ ਜਿਵੇਂ ਗੁਰੂ ਨਾਨਕ ਸਾਹਿਬ ਉਜਾੜਿਆ। ਸ਼ਬਦ ਨਾਨਕ ਵਰਤਿਆ ਹੋਵੇਗਾ। ਕਹਿੰਦੇ ਜਿਸ ਤਰ੍ਹਾਂ ਨਾਨਕ ਜੀ ਉਡਾ ਰਹੇ ਨੇ, ਪਹਿਲਾਂ ਕਿਸੇ ਮੋਦੀ ਖਾਨੇ ਵਿੱਚ ਰਹਿਣ ਵਾਲੇ ਕਹਿਣ ਲੱਗੇ ਕਿਸੇ ਨੇ ਵੀ ਇਸ ਤਰ੍ਹਾਂ ਧਨ ਦੌਲਤ ਨਹੀਂ ਲੁਟਾਈ, ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਘਰੋਂ ਵੀ ਪਿੱਛੋਂ ਚੰਗੇ, ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਤੇ ਜਿਹੜਾ ਕੋਈ ਲੋੜਵੰਦ ਆਉਂਦਾ ਗੁਰੂ ਨਾਨਕ ਸਾਹਿਬ ਦੀ ਲੋੜ ਪੂਰੀ ਕਰਦੇ ਸਨ, ਪੱਲਿਓਂ ਵੀ ਦੇ ਦਿੰਦੇ ਸਨ। ਇੰਨੀਆਂ ਰਹਿਮਤਾਂ ਬਖਸ਼ਿਸ਼ਾਂ ਕਰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਤਾਂ ਯਾਦ ਰੱਖਿਓ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਮੇਂ ਸੁਲਤਾਨਪੁਰ ਵਿੱਚ ਇੱਕ ਵੀ ਪਰਿਵਾਰ ਐਸਾ ਨਹੀਂ ਹੈ ਜਿਹੜਾ ਗੁਰੂ ਸਾਹਿਬ ਦੇ ਪਾਤਸ਼ਾਹ ਜੀ ਦੇ ਪਰਉਪਕਾਰ ਦਾ ਭਾਗੀ ਨਹੀਂ ਬਣਿਆ। ਸਾਹਿਬ ਨੇ ਹਰ ਕਿਸੇ ਦੇ ਪਰਉਪਕਾਰ ਕੀਤਾ। ਕੋਈ ਐਸਾ ਘਰ, ਕੋਈ ਐਸਾ ਮਨੁੱਖ ਜਿੱਥੇ ਕੋਈ ਭੁੱਖਾ ਸੌਂਦਾ ਹੋਵੇ, ਕੋਈ ਘਰ ਨਹੀਂ, ਕੋਈ ਐਸਾ ਮਨੁੱਖ ਨਹੀਂ ਜਿਹੜਾ ਭੁੱਖਾ ਰਾਤ ਨੂੰ ਸੌਂਦਾ ਹੋਵੇ, ਨਹੀਂ ਉਹ ਸਤਿਗੁਰ ਤੋਂ ਬਖਸ਼ਿਸ਼ਾਂ ਲੈ ਕੇ, ਰਹਿਮਤਾਂ ਲੈ ਕੇ। ਯਾਦ ਰੱਖਿਓ ਕੇਵਲ ਤਨ ਦੀ ਭੁੱਖ ਹੀ ਨਹੀਂ, ਮਨ ਦੀ ਭੁੱਖ ਵੀ ਮਿਟਾਉਂਦਾ ਸੀ। ਹੁਣ ਜਿਹੜੇ ਲੋਕ ਦੌਲਤ ਖਾਂ ਕੋਲ ਸ਼ਿਕਾਇਤਾਂ ਲਾਗੇ ਕਰਨ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੌਲਤ ਖਾਨ ਇੱਕ ਦਿਨ ਆਖਿਆ, ਕਹਿ ਲੱਗੇ ਵੀ ਆਪਾਂ ਹਿਸਾਬ ਕਰਨਾ, ਬੜਾ ਸਮਾਂ ਹੋ ਗਿਆ ਹਿਸਾਬ ਕਿਤਾਬ ਨਹੀਂ ਕੀਤਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਵੀ ਕੋਈ ਗੱਲ ਨਹੀਂ। ਕਵੀ ਸੰਤੋਖ ਸਿੰਘ ਜੀ ਆਖਦੇ ਨੇ ਵੀ ਜਿੱਦਣ ਹਿਸਾਬ ਹੋਇਆ 760 ਰੁਪਏ ਗੁਰੂ ਨਾਨਕ ਸਾਹਿਬ ਦੇ ਵੱਧ ਨਿਕਲੇ ਆਏ। ਆਪ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ 760 ਰੁਪਏ ਵੱਧ ਨਿਕਲੇ ਆਏ। ਤੇ ਜਿਹੜੇ ਲੋਕ ਨਿੰਦਿਆ ਤੇ ਈਰਖਾ ਕਰਨ ਵਾਲੇ ਸਨ, ਉਹ ਮਨੁੱਖ ਹੈਰਾਨ ਹੋ ਗਏ ਵੀ ਇੰਨਾ ਕੁਛ ਲਟਾਉਣ ਤੋਂ ਬਾਅਦ ਵੀ ਕਹਿ ਲਗੇ ਨਾਨਕ ਜੀ ਨੂੰ ਕਹਿ ਲਗੇ ਘਾਟਾ ਨਹੀਂ ਪਿਆ। ਸੱਚ ਜਾਣਿਓ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਆਖਿਆ, ਭਾਈ ਜੇ ਨੀਅਤ ਚੰਗੀ ਕਰਕੇ ਵਪਾਰ ਕਰੋਗੇ, ਜੇ ਸੱਚ ਤੇ ਹੱਕ ਦੀ ਕਮਾਈ ਕਰਕੇ ਖਾਓਗੇ, ਤਾਂ ਦੁਨੀਆ ਵਿੱਚ ਕਦੀ ਵੀ ਕਹਿ ਲਗੇ ਘਾਟਾ ਨਹੀਂ ਪਵੇਗਾ। ਸਦਾ ਹੀ ਤੁਹਾਡੇ ਭੰਡਾਰੇ ਮਨੁੱਖ ਦੇ ਭਰਪੂਰ ਰਹਿਣਗੇ, ਉਹਦੇ ਜੀਵਨ ਵਿੱਚ ਬਰਕਤਾਂ ਰਹਿਣਗੀਆਂ। ਸਾਡੇ ਜੀਵਨ ਵਿੱਚੋਂ ਬਰਕਤ ਉਦੋਂ ਜਾਂਦੀ ਹੈ ਜਦੋਂ ਆਪਾਂ ਗਲਤ ਤਰੀਕੇ ਦੇ ਨਾਲ ਸੰਸਾਰ ਦੇ ਅੰਦਰ ਵਪਾਰ ਕਰਨਾ ਸ਼ੁਰੂ ਕਰਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਮੋਦੀ ਖਾਨੇ ਵਿੱਚੋਂ ਨੌਕਰੀ ਛੱਡ ਦਿੱਤੀ। ਅੱਜ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲਾ ਤੇ ਵੇਈ ਨਦੀ ਦੇ ਕਿਨਾਰੇ ਤੇ ਇਸ਼ਨਾਨ ਕਰਨ ਵਾਸਤੇ ਸਾਹਿਬ ਗਏ ਨੇ। ਤੇ ਪਿਆਰਿਓ, ਇਤਿਹਾਸਕਾਰ ਇਹ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ ਰੋਜ਼ ਨੇ, ਪਰ ਅੱਜ ਐਸੀ ਅਜੀਬ ਘਟਨਾ ਘਟੀ ਕਿ ਗੁਰੂ ਨਾਨਕ ਸਾਹਿਬ ਚੁੱਭੀ ਲਾਈ ਤੇ ਕਹਿ ਲਗੇ ਫਿਰ ਵਾਪਸ ਨਹੀਂ ਮੁੜੇ। ਸਾਰੇ ਸੁਲਤਾਨਪੁਰ ਦੇ ਵਿੱਚ ਹਾਹਾਕਾਰ ਮਚ ਗਈ ਵੀ ਆਖਿਰ ਨਾਨਕ ਜੀ ਗਏ ਕਿੱਥੇ ਨੇ। ਸ਼ਾਮ ਤੱਕ ਲੱਭਦੇ ਰਹੇ, ਅਗਲੇ ਦਿਨ ਵੀ ਲੱਭਿਆ, ਸਤਿਗੁਰੂ ਪਾਤਸ਼ਾਹ ਨਹੀਂ ਲੱਭੇ। ਹੁਣ ਹਰ ਇੱਕ ਮਨੁੱਖ, ਇੱਥੋਂ ਤੱਕ ਕਿ ਨਵਾਬ ਦੌਲਤ ਖਾਂ ਵੀ ਜ਼ੋਰ ਲਾ ਕੇ ਵੇਖ ਬਿਠਾ, ਪਰ ਗੱਲ ਨਹੀਂ ਬਣੀ। ਸਤਿਗੁਰੂ ਪਾਤਸ਼ਾਹ ਜੀ ਨਹੀਂ ਮਿਲੇ।
ਅਖੀਰ ਸਾਰਿਆਂ ਨੇ ਇਹ ਸੋਚ ਲਿਆ, ਭੈਣ ਬੇਬੇ ਨਾਨਕੀ ਨੂੰ ਵੀ ਆਖਦੇ ਨੇ, ਕਹਿ ਲਗੇ ਬੇਬੇ ਨਾਨਕੀ ਤੇਰਾ ਵੀਰ ਹੁਣ ਨਹੀਂ ਰਿਹਾ, ਅਸਲ ਦੇ ਵਿੱਚ ਉਹ ਹੁਣ ਡੁੱਬ ਗਿਆ ਹੈ। ਪਰ ਵੇਖੋ ਸਾਰਾ ਸੁਲਤਾਨਪੁਰ ਇੱਕ ਪਾਸੇ ਬੇਬੇ ਨਾਨਕੀ ਜੀ ਆਖਦੇ, ਕਹਿ ਲਗੇ ਨਹੀਂ ਭਾਈ, ਮੇਰਾ ਵੀਰ ਜਿਹੜਾ ਨਾ ਉਹ ਅਸਲ ਦੇ ਵਿੱਚ ਡੁੱਬਣ ਨਹੀਂ ਆਇਆ, ਉਹ ਡੁੱਬਿਆਂ ਹੋਇਆਂ ਨੂੰ ਵੀ ਤਾਰਨ ਆਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਡੁੱਬਿਆਂ ਨੂੰ ਵੀ ਤਾਰਨ ਵਾਸਤੇ ਆਇਆ। ਜਿਹੜਾ ਡੁੱਬਿਆਂ ਨੂੰ ਤਾਰਨ ਵਾਸਤੇ ਆਇਆ ਹੋਵੇ ਕਦੀ ਆਪ ਨਹੀਂ ਡੁੱਬ ਸਕਦਾ। ਸੱਚ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਇਸ ਸੰਸਾਰ ਵਿੱਚ ਮਨੁੱਖ ਤਾਰ ਦਿੱਤੇ ਨੇ ਨਾ, ਭਾਈ ਵੀਰ ਸਿੰਘ ਨੇ ਬੜੇ ਪਿਆਰੇ ਬਚਨ ਆਖੇ ਨੇ। ਉਹ ਆਖਦੇ ਨੇ, ਤਾਰੇ ਗਿਨੇ ਜਾਤ ਹੈ, ਨਹਿ ਤਾਰੇ ਗਿਨੇ ਜਾਤ ਹੈ। ਆਕਾਸ਼ ਵਿੱਚ ਕਿੰਨੇ ਤਾਰੇ ਨੇ ਇਹ ਤਾਂ ਗਿਣੇ ਜਾ ਸਕਦੇ ਨੇ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੇ ਭਾਈ ਮਰਦਾਨੇ ਦੀ ਰਬਾਬ ਨੇ ਕਿੰਨੇ ਲੋਕਾਂ ਨੂੰ ਤਾਰ ਦਿੱਤਾ, ਉਹ ਨਹੀਂ ਗਿਣਤੀ ਕੀਤੀ ਜਾ ਸਕਦੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਜਦੋਂ ਤੀਸਰਾ ਦਿਨ ਹੋਇਆ ਤੇ ਵੇਈ ਨਦੀ ਤੋਂ ਬਾਹਰ ਆਏ। ਜਦੋਂ ਗੁਰਦੇਵ ਬਾਹਰ ਆਏ ਤਾਂ ਉਸ ਸਮੇਂ ਜਿਹੜੇ ਸੁਲਤਾਨਪੁਰ ਦੇ ਲੋਕ ਵੇਈ ਨਦੀ ਵੱਲ ਜਾ ਰਹੇ ਸਨ ਲੱਭਣ ਵਾਸਤੇ, ਉਹ ਜਦੋਂ ਗਏ ਤਾਂ ਉਸ ਸਮੇਂ ਫਿਰ ਵਾਪਸ ਗੁਰੂ ਪਾਤਸ਼ਾਹ ਜੀ ਨੂੰ ਵੇਖ ਕੇ ਤੇ ਭੈਣ ਬੇਬੇ ਨਾਨਕੀ ਦੇ ਘਰ ਵੱਲ ਦੌੜ ਕੇ ਗਏ ਤੇ ਜਾ ਕੇ ਭੈਣ ਬੇਬੇ ਨਾਨਕੀ ਨੂੰ ਆਖਿਆ ਵੀ ਤੇਰਾ ਵਿਸ਼ਵਾਸ ਜਿੱਤ ਗਿਆ, ਅਸੀਂ ਸੁਲਤਾਨਪੁਰ ਦੇ ਸਾਰੇ ਲੋਕ ਹਾਰ ਗਏ। ਸੱਚ ਜਾਣਿਓ, ਸਾਡੇ ਜੀਵਨ ਵਿੱਚ ਵਿਸ਼ਵਾਸ ਦੀ ਘਾਟ ਹੈ, ਵਿਸ਼ਵਾਸ ਦੀ ਘਾਟ ਹੈ, ਹੋਰ ਕੁਛ ਨਹੀਂ। ਤੇ ਜਦੋਂ ਵਿਸ਼ਵਾਸ ਦੀ ਘਾਟ ਹੋਵੇ ਫਿਰ ਉਹ ਕਾਰਜ ਕਦੀ ਵੀ ਪੂਰਾ ਨਹੀਂ ਹੁੰਦਾ। ਆਪਾਂ ਕਹਿ ਜ਼ਰੂਰ ਦਿੰਦੇ ਆ ਵੀ ਸਤਿਗੁਰੂ ਜੀ ਉਹ ਕਾਰਜ ਰਸ ਕਰ ਦਿਓ, ਪਰ ਸਾਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਵੀ ਇਹ ਵਾਕਈ ਹੋਵੇਗਾ ਕਿ ਨਹੀਂ ਹੋਵੇਗਾ, ਕਿ ਸਾਡੇ ਮਨ 'ਚ ਦੁਵਿਧਾ ਹੁੰਦੀ ਹੈ ਨਾ, ਸਾਡੇ ਮਨ 'ਚ। ਇਸ ਕਰਕੇ ਫਿਰ ਆਪਾਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਬੰਦਿਆਂ ਕੋਲ, ਜੋਤਸ਼ੀਆਂ ਕੋਲ ਵੀ ਚਲੇ ਜਾਂਦੇ ਆ, ਉਹਨਾਂ ਨੂੰ ਵੀ ਜਾ ਕੇ ਪੁੱਛਦੇ ਆ ਵੀ ਸਾਨੂੰ ਇਹ ਦੱਸਦੇ ਵੀ ਕਾਰਜ ਰਸ ਹੋਵੇਗਾ ਕਿ ਨਹੀਂ ਹੋਵੇਗਾ। ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਜਿਸ ਮਨੁੱਖ ਦਾ ਵਿਸ਼ਵਾਸ ਨਹੀਂ ਨਾ ਬਣਿਆ, ਦੁਨੀਆ ਦੇ ਕਿਸੇ ਵੀ ਮਨੁੱਖ ਕੋਲ ਚਲਾ ਜਾਵੇ ਉਹ ਕਦੀ ਵੀ ਭਰੋਸਾ ਨਹੀਂ ਜਿੱਤ ਸਕਦਾ। ਤੇ ਯਾਦ ਰੱਖਿਓ, ਜਿਹਨੂੰ ਗੁਰੂ ਪਾਤਸ਼ਾਹ ਜੀ ਕੋਲੋਂ ਦਾਤਾਂ ਨਹੀਂ ਮਿਲੀਆਂ, ਜਿਹੜਾ ਇਥੋਂ ਦਾਤਾਂ ਲੈ ਕੇ ਤ੍ਰਿਪਤ ਨਹੀਂ ਹੋਇਆ, ਜਿਹੜਾ ਕਹਿੰਦਾ ਮੈਨੂੰ ਗੁਰੂ ਕੋਲੋਂ ਆਹ ਦਾਤਾਂ ਨਹੀਂ ਮਿਲੀਆਂ, ਯਾਦ ਰੱਖਿਓ ਦੁਨੀਆ ਦਾ ਕੋਈ ਕੋਨਾ ਨਹੀਂ ਜਿਹੜਾ ਮਨੁੱਖ ਇਥੋਂ ਤ੍ਰਿਪਤ ਨਹੀਂ ਹੋਇਆ ਉਹ ਫਿਰ ਕਿਤੇ ਵੀ ਤ੍ਰਿਪਤ ਨਹੀਂ ਹੋ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਵੇਈ ਨਦੀ ਤੋਂ ਬਾਹਰ ਆਏ ਤੇ ਅੱਜ ਘਰ ਨਹੀਂ ਗਏ, ਸਿੱਧਾ ਫਿਰ ਸ਼ਮਸ਼ਾਨ ਭੂਮੀ ਚਲੇ ਗਏ, ਜਾ ਕੇ ਬੈਠ ਗਏ। ਹੁਣ ਲੋਕਾਂ ਦੇ ਮਨ ਦੇ ਵਿੱਚ ਹਲਚਲ ਪੈਦਾ ਹੋ ਗਈ ਵੀ ਮਨੁੱਖ ਤਾਂ ਕਦੇ ਵੀ ਸ਼ਮਸ਼ਾਨ ਭੂਮੀ ਵੱਲ ਨਹੀਂ ਜਾਂਦਾ, ਪਰ ਗੁਰੂ ਨਾਨਕ ਸਾਹਿਬ ਕਿਉਂ ਗਏ? ਲੋਕ ਇਕੱਤਰ ਹੋ ਕੇ ਸ਼ਮਸ਼ਾਨ ਭੂਮੀ ਗਏ। ਉੱਥੇ ਜਾ ਕੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਤੁਸੀਂ ਇੱਥੇ ਸਤਿਗੁਰ ਕਿਉਂ ਆਏ ਅਜੇ ਭਰ ਜਵਾਨੀ ਦੇ ਵਿੱਚ? ਤੇ ਗੁਰਦੇਵ ਪਾਤਸ਼ਾਹ ਜੀ ਨੇ ਫਿਰ ਉੱਥੇ ਬਚਨ ਆਖਿਆ, ਕਹਿਣਗੇ ਨਾ ਕੋ ਹਿੰਦੂ ਨਾ ਮੁਸਲਮਾਨ, ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਹੈ, ਗੁਰੂ ਨਾਨਕ ਸਾਹਿਬ ਨੇ ਆਖਿਆ। ਪਰ ਉਸ ਦਿਨ ਤੋਂ ਇੱਕ ਦਾਤ ਜਿਹੜੀ ਹੈ ਪਰਮੇਸ਼ਰ ਦੇ ਦਰ ਤੋਂ ਲੈ ਕੇ ਆਈ। ਭਾਈ ਗੁਰਦਾਸ ਜੀ ਨੇ ਉਸ ਸਮੇਂ ਦੀ ਤਸਵੀਰ ਨੂੰ ਬੜਾ ਪਿਆਰਾ ਪੇਸ਼ ਕੀਤਾ ਹੈ ਕਿ ਵੇਈ ਨਦੀ ਤੋਂ ਬਾਹਰ ਜਦੋਂ ਗੁਰੂ ਨਾਨਕ ਸਾਹਿਬ ਆਏ ਤੇ ਉਦੋਂ ਉਹਨਾਂ ਕੋਲ ਕੀ ਸੀ। ਭਾਈ ਗੁਰਦਾਸ ਜੀ ਆਖਦੇ ਨੇ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਾਈ, ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਦਾਤ ਲਈ, ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦੀ ਝੋਲੀ ਵਿੱਚ ਨਾਮ ਦੀ ਦਾਤ ਪਾਈ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ ਵੀ ਇਹ ਨਾਨਕ ਤੂੰ ਸੰਸਾਰ ਵਿੱਚ ਜਾ ਕੇ ਇਸ ਨਾਮ ਦੀ ਦਾਤ ਨੂੰ ਵੰਡੀ, ਤੂੰ ਸੰਸਾਰ ਦਾ ਭਲਾ ਕਰੀ, ਤੂੰ ਲੋਕਾਂ ਨੂੰ ਇਹ ਨਾਮ ਦੀ ਜਿਹੜੀ ਦਾਤ ਹੈ ਉਹ ਦੇਵੇਂਗਾ। ਤੇ ਜਿਹੜੇ ਹਿਰਦੇ ਅਸਲ ਦੇ ਵਿੱਚ ਮਾਇਕ ਪਦਾਰਥਾਂ ਜਾਂ ਈਰਖਾ ਦਵੈਤ ਆਦਿਕ ਦੇ ਨਾਲ ਸੜ ਰਹੇ ਨੇ, ਇਹ ਨਾਮ ਦੇ ਨਾਲ ਉਹ ਹਿਰਦੇ ਜਿਹੜੇ ਨੇ ਸ਼ੀਤਲਤਾ ਨਾਲ ਭਰ ਜਾਣਗੇ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਇਹ ਬਚਨ ਕੀਤੇ ਤੇ ਨਾਲ ਇੱਕ ਬਚਨ ਹੋਰ ਕੀਤਾ। ਕਹਿ ਲਗੇ ਯਾਦ ਰੱਖਿਓ, ਮੈਂ ਇੱਥੇ ਤਾਂ ਆਇਆ ਵਾਂ ਕਿਉਂਕਿ ਇੱਥੋਂ ਜਿਹੜੀ ਮੈਂ ਸ਼ੁਰੂਆਤ ਕਰਨੀ ਹੈ ਨਾ, ਉਹ ਸ਼ੁਰੂਆਤ ਅਸਲ ਦੇ ਵਿੱਚ ਇਸ ਤਰ੍ਹਾਂ ਹੈ ਵੀ ਜਿਵੇਂ ਆਪਣਾ ਸੀਸ ਤਲੀ ਤੇ ਰੱਖ ਕੇ ਤੁਰਨਾ। ਜਿਹੜਾ ਹੁਣ ਮਾਰਗ ਮੈਂ ਅਪਣਾਉਣ ਲੱਗਾ, ਜਿਸ ਮਾਰਗ ਦਾ ਰਾਹੀ ਮੈਂ ਬਣਨ ਲੱਗਾ ਤੇ ਜਿਸ ਮਾਰਗ ਤੇ ਮੈਂ ਸਿੱਖਾਂ ਨੂੰ ਤੋਰਨਾ ਹੈ, ਉਹ ਮਾਰਗ ਕਿਹੜਾ ਭਲਾ?
गुरु नानक साहब पातशाह जी ने आख्या, जो तो प्रेम खेलन का चाओ, सिर धर तली गली मेरी आओ, इत मार्ग पैर तरीजै, सिर दीजै कान ना कीजै। भाई गुरु नानक साहब सच्चे पातशाह जी, सतगुरु धन गुरु नानक देव सच्चे पातशाह जी ने आख्या, ये सिੱਖੀ ਦੇ मार्ग ते ਚੱਲਣ ਲੱਗਿਆਂ ਮਨੁੱਖ ਨੂੰ ਆਪਣਾ ਸੀਸ ਤਲੀ ਤੇ ਰੱਖਣਾ ਹੀ ਪੈਣਾ ਹੈ। ਜੇ ਕਿਸੇ ਨੂੰ ਚਾਹ ਇਸ ਖੇਡ ਨੂੰ ਖੇਡਣ ਦਾ ਤੇ ਇਹ ਖੇਡ ਫਿਰ ਮਾਮੂਲੀ ਖੇਡ ਨਹੀਂ। ਸਿੱਖੀ ਹਰ ਕੋਈ ਨਹੀਂ ਕਮਾ ਸਕਦਾ, ਸਿੱਖ ਅਖਵਾ ਕੋਈ ਨਹੀਂ ਸਕਦਾ। ਮਾਫ ਕਰਨਾ, ਆਪਾਂ ਸਿੱਖ ਅਖਵਾ ਲੈਂਦੇ ਆ, ਪਰ ਸਿੱਖੀ ਕਮਾਉਣੀ ਸੌਖੀ ਗੱਲ ਨਹੀਂ। ਸਿੱਖੀ ਨੂੰ ਕਮਾਉਣਾ ਸੌਖਾ ਨਹੀਂ। ਇਹ ਤੇ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰ ਦੇਵੇ ਤੇ ਆਪਾਂ ਸਿੱਖੀ ਕਮਾ ਲਈਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਇਹ ਬਚਨ ਆਖੇ ਵੀ ਨਾ ਕੋ ਹਿੰਦੂ ਨਾ ਮੁਸਲਮਾਨ, ਤੇ ਉਸ ਸਮੇਂ ਮੁਸਲਮਾਨਾਂ ਨੇ ਬੜਾ ਇਤਰਾਜ਼ ਕੀਤਾ। ਉਹ ਕਹਿਣ ਲੱਗੇ ਵੀ ਇਹ ਨਾਨਕ ਜੀ ਤੁਸੀਂ ਇਹ ਗੱਲ ਮੰਨਦੇ ਹੋ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ? ਸਾਹਿਬ ਕਹਿ ਲਗੇ ਬਿਲਕੁਲ। ਕਹਿ ਲਗੇ ਫਿਰ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਤੇ ਫਿਰ ਸਾਡੇ ਨਾਲ ਨਵਾਜ਼ ਆ ਕੇ ਤੁਸੀਂ ਪੜੋ। ਹੁਣ ਉਸ ਸਮੇਂ ਇੱਕ ਗੱਲ ਇਹ ਪ੍ਰਚਲਿਤ ਸੀ ਨਾ ਵੀ ਹਿੰਦੂ ਕਦੀ ਮਸੀਤ ਵਿੱਚ ਜਾ ਕੇ राम राम नहीं सी कर सकते, अज भी नहीं कर सकते। कभी वेख्या कोई हिंदू मसीत विच राम राम करे जाके? ते ना ही कोई मुसलमान जाके मसीत मंदिर दे विच अल्लाह अल्लाह कर सकता है। पर धन गुरु नानक देव महाराज पातशाह जी दर ऐसा है, इत्थे याद रखियो, कोई आखे भूतना, गुरु नानक साहब नूं की कह रहे हैं भूतना, कोई कहे बेताला, कोई आखे आदमी नानक विचारा। गुरु नानक साहब ने भूतना कह रहा है, कोई बेताला कह रहा है, कोई गुरु नानक साहब सच्चे पातशाह जी ने विचारा आदमी कह रहा है। पर वही गुरु नानक साहब ये आखरे ने भलिया एक गल याद रखी, ये दर ऐसा है जिथे मुसलमान नूं भी थां है, जिथे हिंदू नूं भी थां है, जिथे दुनिया का कोई भी मनुख आ जाए उन्होंने इत्थे थां ही थां है। इत्थे कभी भी ठुकराया नहीं जाता, भावें कोई मुसलमान आके इत्थे इबादत कर ले। गुरु पातशाह जी ने बाणी दे विच बाबा फरीद जी नूं बिठा दिता, भाई सदना जी नूं बिठा दिता, कबीर साहब भगत रविदास साहब नूं बिठा दिता। कितनी कमाल दी गुरु साहब ने कृपा की। वेखो मैं गुरु अर्जन साहब पातशाह जी दे सदके जाइए सदा जदों ना बाणी दर्ज की है ना, तो वेखो गुरु पातशाह जी ने जिथे भगत कबीर साहब भगत रविदास साहब की गल आउंदी है उत्थे शब्द भगत वरते हैं, पर जदों इस्लाम मत की गल आउंदी है उत्थे फिर बाबा फरीद जी दे नाल शेख फरीद वरते है, ना कि भगत फरीद। क्योंकि गुरु नानक साहब पातशाह जी नूं भी पता है इस गल का भी जेड़े बाबा फरीद जी ने वो इस्लाम मत ते इस्लाम मत जेड़ा भगत शब्द की वरतों नहीं करता। पर नाल एक गल ये कह दी भी ये ऐसा दर है जिथे हर कोई आ सकता। इत्थे मान नाल कोई कह सकता है भी वो खुदा की इबादत कर सकता है, इत्थे कोई परमेश्वर का राम नाम जप सकता है, हरी हरी जप सकता है। इत्थे कोई रुकावट नहीं, इत्थे कोई बंधन नहीं है, क्योंकि इत्थे तो गुरु ग्रंथ साहब की बाणी ही सानू समझाउंदी है। धन गुरु नानक देव पातशाह जी ने जदों आख्या तो साहब आखदे भी ठीक है मैं चल पई ना, मैनूं कोई हर्ज नहीं। जदों मसीत विच गए तो लोकां दे विच एक बहुत वड्डी शंका जिहड़ी पैदा हो गई भी पता नहीं की होगा कि गुरु नानक साहब इस्लाम मत नहीं धारण कर लगे, मसीत विच नवाज लगे पढ़। धन गुरु नानक देव सच्चे पातशाह जी नूं वेखण वास्ते उत्थे सुल्तानपुर के लोग आउण लगे, बल्कि होर भी दूरों नेड़ियों लोग कतर होण लगे ते कतर होके इकट्ठे होके भी वेखने आ भी की हुंदा है कि गुरु नानक साहब इस्लाम मत में चले जाते हैं। हालांकि गुरु नानक साहब पातशाह जी ने अपना मत दसिया है। भाई गुरदास जी आखदे मारिया सिक्का जगत विच नानक निर्मल पंथ चलाया। गुरु नानक साहब का निर्मल पंथ है। निर्मल का अर्थ होंदा शुद्ध पवित्र, बिल्कुल पवित्र, ना इहदे विच कोई मिलावट ते ना इहदे विचों कोई कढिया जा सकता। इस करके सिख नूं हिदायत है जिहो जिहा जन्म लैंदा है अंतले समय तक उहो जिहा रहिंदा है, जिहो जिहा संसार विच आया उहो जिहा रहिंदा है। सतगुरु पातशाह जी ने कृपा की, जदों उत्थे नवाज लगे पढ़न, काजी एक पासे खलोता है, नाल नवाब दौलत खां, धन गुरु नानक साहब पातशाह जी, बाकी पीछे नवाज अदा करने वाले। मेरे साहब बिल्कुल खलोते नस्ते, बिल्कुल सीधे खलोते रहे, वो नवाज अदा करते रहे।
ਜਦੋਂ ਨਵਾਜ਼ ਅਦਾ ਕਰ ਲਈ ਤੇ ਕਾਜ਼ੀ ਉਸ ਵਕਤ ਬੜਾ ਗੁੱਸੇ ਵਿੱਚ ਹੈ ਤੇ ਗੁੱਸੇ ਵਿੱਚ ਉਹਨੇ ਆਖਿਆ ਵੀ ਐ ਨਾਨਕ ਜੀ, ਪਹਿਲਾਂ ਤੇ ਤੁਸੀਂ ਸਾਡੇ ਧਰਮ ਦੀ ਅਸਲ ਦੇ ਵਿੱਚ ਇਨਸਲਟ ਕੀਤੀ ਹੈ, ਸਾਡੇ ਧਰਮ ਦੇ ਬਾਰੇ ਇਸ ਤਰ੍ਹਾਂ ਬੋਲਿਆ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ, ਕੋਈ ਮੁਸਲਮਾਨ ਹੈ ਹੀ ਨਹੀਂ। ਹਿੰਦੂਆਂ ਬਾਰੇ ਤੁਸੀਂ ਕੁਛ ਵੀ ਬੋਲੋ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੁਸਲਮਾਨਾਂ ਬਾਰੇ ਤੇ ਨਾ ਬੋਲੋ। ਤੁਸੀਂ ਆਖਿਆ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ, ਕਿਉਂਕਿ ਮੁਸਲਮਾਨ ਵੀ ਨਹੀਂ, ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਪਹਿਲਾਂ ਤੁਸੀਂ ਧਰਮ ਦੀ ਤੋਹੀਨ ਕੀਤੀ ਹੈ ਤੇ ਹੁਣ ਤੁਸੀਂ ਸਾਡੇ ਹੀ ਧਾਰਮਿਕ ਸਥਾਨ ਤੇ ਆ ਕੇ ਨਵਾਜ਼ ਅਦਾ ਨਹੀਂ ਕੀਤੀ ਤੇ ਤੁਸੀਂ ਸਾਡੇ ਇਸ ਕਹਿਣ ਲੱਗੇ ਪਵਿੱਤਰ ਅਸਥਾਨ ਤੇ ਆ ਕੇ ਤੇ ਸਾਡੀ ਇਸ ਪਾਕ ਪਵਿੱਤਰ ਨਵਾਜ਼ ਦੀ ਵੀ ਜਿਹੜੀ ਹੈ ਬੇਅਦਬੀ ਕੀਤੀ ਹੈ। ਮਹਾਰਾਜ ਕਹਿ ਲਗੇ ਬੇਅਦਬੀ ਮੈਂ ਨਹੀਂ ਕੀਤੀ, ਬੇਅਦਬੀ ਤੁਸੀਂ ਕੀਤੀ ਹੈ। ਹੁਣ ਸਾਰੇ ਹੈਰਾਨ ਹੋ ਗਏ। ਉਹ ਕਹਿ ਲਗੇ ਉਹ ਕਿਵੇਂ? ਮਹਾਰਾਜ ਕਹਿ ਲਗੇ ਭਾਈ ਤੁਸੀਂ ਕੀ ਕਰ ਰਹੇ ਸੋ? ਕਹਿ ਲਗੇ ਨਵਾਜ਼ ਪੜ੍ਹ ਰਹੇ ਸਾਂ। ਸਾਹਿਬ ਕਹਿ ਲਗੇ ਨਵਾਜ਼ ਤੇ ਮੈਂ ਵੀ ਪੜ੍ਹ ਰਿਹਾ ਸਾਂ। ਹੁਣ ਅੱਗੋਂ ਕਾਜੀ ਕਹਿੰਦਾ ਵੀ ਤੁਸੀਂ ਤਾਂ ਬਿਲਕੁਲ ਸਿੱਧੇ ਖੜੇ ਸੀ, ਨਾ ਤੁਸੀਂ ਝੁਕੇ, ਤੁਸੀਂ ਸਜਦਾ ਤੇ ਕੀਤਾ ਨਹੀਂ। ਸਾਹਿਬ ਆਖਦੇ ਮੈਂ ਸਜਦਾ ਕੀਤਾ ਹੈ ਭਾਈ, ਪਰ ਤੁਹਾਡਾ ਸਜਦਾ ਪ੍ਰਵਾਨ ਨਹੀਂ ਹੋਇਆ, ਮੇਰਾ ਪ੍ਰਵਾਨ ਹੋ ਗਿਆ। ਕਿਉਂ? ਕਹਿ ਲਗੇ ਮੈਂ ਮਨ ਕਰਕੇ ਸਜਦਾ ਕਰ ਰਿਹਾ ਸਾਂ, ਤੁਸੀਂ ਤਨ ਕਰਕੇ ਕਰ ਰਹੇ ਸੋ। ਤੇ ਮਾਲਕ ਦੀ ਖੁਸ਼ੀ ਜਿਹੜੀ ਹੈ ਕੇਵਲ ਤਨ ਕਰਕੇ ਨਹੀਂ, ਮਨ ਕਰਕੇ ਮਿਲਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਆਖਦੇ ਜੇ ਮਾਲਕ ਦੀ ਖੁਸ਼ੀ ਪ੍ਰਾਪਤ ਕਰਨੀ, ਹੁਣ ਇਹ ਨਾ ਹੋਵੇ ਵੀ ਸਰੀਰ ਕਰਕੇ ਤਾਂ ਮਨੁੱਖ ਧਰਮ ਦੇ ਕਰਮ ਕਰ ਰਿਹਾ ਹੈ। ਸਰੀਰ ਕਰਕੇ ਕਈ ਵਾਰੀ ਹੁੰਦਾ ਹੈ ਨਾ ਵੀ ਆਪਾਂ ਜਦੋਂ ਸਾਨੂੰ ਬਾਣੀ ਕੰਠ ਹੋ ਜਾਂਦੀ ਹੈ ਤੇ ਜਪਜੀ ਸਾਹਿਬ ਦਾ ਪਾਠ ਮੂੰਹ ਤੇ ਕਰ ਰਿਹਾ ਹੁੰਦਾ ਹੈ, ਪਰ ਮਨ ਕਿਸੇ ਹੋਰੀ ਉਡਾਰੀਆਂ ਵਿੱਚ ਗਿਆ ਹੁੰਦਾ ਹੈ। ਮਨ ਤੇ ਬੈਠਾ ਹੁੰਦਾ ਦੁਕਾਨ ਤੇ ਵੀ ਕਿੰਨਿਆਂ ਤੋਂ ਲੈਣੇ ਤੇ ਅੱਜ ਕਿੰਨਿਆਂ ਦਾ ਹਿਸਾਬ ਕਿਤਾਬ ਬਾਕੀ ਰਹਿ ਗਿਆ, ਮਨ ਤੇ ਉੱਥੇ ਗਿਆ ਹੁੰਦਾ ਤੇ ਇੱਥੇ ਜਪਜੀ ਸਾਹਿਬ ਹੋ ਰਿਹਾ ਹੁੰਦਾ। ਪਹਿਲੀਆਂ 5-4 ਪੌੜੀਆਂ ਭਾਵੇਂ ਮਨ ਹਾਜ਼ਰ ਹੋਵੇ, ਫਿਰ ਅਖੀਰ ਤੇ ਜਾ ਕੇ ਪਤਾ ਲੱਗਦਾ ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਘਾਲ। ਫਿਰ ਕਹਿੰਦੇ ਪਾਠ ਕਰ ਵੀ ਲਿਆ ਭਾਈ ਸਾਹਿਬ, ਬਾਬਾ ਜੀ ਨੇ ਪਾਠ ਵੀ ਕਰ ਲਿਆ, ਪਤਾ ਹੀ ਨਹੀਂ ਲੱਗਿਆ ਕਦੋਂ ਪਾਠ ਹੋ ਗਿਆ, ਕਦੋਂ ਸੁਖਮਨੀ ਸਾਹਿਬ ਹੋ ਜਾਂਦਾ, ਕਦੋਂ ਆਸਾ ਕੀ ਵਾਰ ਸਮਾਪਤ ਹੋ ਗਈ, ਪਤਾ ਹੀ ਨਹੀਂ ਲੱਗਿਆ। ਪਤਾ ਇਸ ਕਰਕੇ ਨਹੀਂ ਲੱਗਿਆ ਭਾਈ ਤੂੰ ਧੰਨ ਕਰਕੇ ਬੈਠਾ ਸੈ, ਮਨ ਕਰਕੇ ਨਹੀਂ ਸੈ ਬੈਠਾ। ਮਨ ਕਰਕੇ ਬੈਠਾ ਹੁੰਦਾ। ਹੁਣ ਮਨ ਬੜਾ ਸ਼ੈਤਾਨ ਹੈ। ਮਨ ਕਿਉਂ ਆ ਜਾਂਦਾ ਅਖੀਰ ਤੇ, ਅਖੀਰਲੇ ਸ਼ਲੋਕਾਂ ਤੇ ਕਿਉਂ ਆ ਜਾਂਦਾ? ਇਸ ਕਰਕੇ ਆਉਂਦਾ, ਉਹਨੂੰ ਪਤਾ ਹੈ ਵੀ ਜੇ ਮੈਂ ਨਾ ਆਇਆ ਨਾ ਤੇ ਇਹਨੇ ਫਿਰ ਸ਼ੁਰੂ ਕਰ ਲੈਣਾ, ਇਹਨੇ ਆਖਣਾ ਵੀ ਤੂੰ ਤੇ ਪਾਠ ਕੀਤਾ ਹੀ ਨਹੀਂ, ਇਹਨੇ ਫਿਰ ਸ਼ੁਰੂ ਕਰ ਲੈਣਾ। ਇਸ ਕਰਕੇ ਮਨ ਭੁਲੇਖਾ ਪਾਉਂਦਾ, ਉਹ ਸ਼ੁਰੂ ਤਾਂ ਹਾਜ਼ਰ ਰਹਿੰਦਾ, ਫਿਰ ਗੈਰ ਹਾਜ਼ਰ ਹੋ ਜਾਂਦਾ, ਅਖੀਰ ਤੇ ਫਿਰ ਆ ਜਾਂਦਾ, ਕਹਿੰਦਾ ਲੈ ਆ ਗਿਆ। ਸਾਰੀ ਜ਼ਿੰਦਗੀ ਸਾਡੇ ਜੀਵਨ ਦੇ ਤੇ ਰੋਜ਼ ਹੀ ਕੋਈ ਨਵੀਂ ਇੱਕ ਫਿਲਮ ਸਾਡੇ ਅੰਦਰ ਚੱਲਦੀ ਹੈ। ਤੇ ਗੁਰੂ ਕਿਰਪਾ ਕਰੇ ਕਿ ਮਨ ਟਿਕ ਜਾਵੇ ਤੇ ਗੁਰੂ ਦੀ ਸੰਗਤ ਵਿੱਚ ਟਿਕ ਕੇ ਤੇ ਗੁਰੂ ਦੇ ਉਪਦੇਸ਼ ਨੂੰ ਕਮਾ ਲਵੇ ਕਿ ਜਿੰਦ ਕਿਨਕਾ ਮਾਤਰ ਵੀ ਤੇ ਗੁਰੂ ਦਾ ਉਪਦੇਸ਼ ਵਸ ਜਾਵੇ ਤੇ ਸਾਡਾ ਮਨਾਇਆ ਹੋਇਆ ਗੁਰੂ ਵੀ ਸਫਲਾ ਹੋ ਜਾਵੇ। ਧੰਨ ਗੁਰੂ ਨਾਨਕ ਸਾਹਿਬ ਕਹਿ ਲਗੇ ਭਾਈ ਕਾਜੀ ਜੀ ਤੁਸੀਂ ਤੇ ਘਰੇ ਬੈਠੇ ਸੋ, ਤੁਹਾਨੂੰ ਤੇ ਇਹ ਸੀ ਵੀ ਮੇਰੇ ਘਰ ਗਾਂ ਸੂਈ ਹੈ ਤੇ ਕਿਤੇ ਜਿਹੜਾ ਬੱਚਾ ਵੀ ਉਹ ਕਿਤੇ ਖੂਹੀ 'ਚ ਨਾ ਜਾ ਪਵੇ। ਤੇ ਆ ਦੌਲਤ ਖਾਂ ਕਹਿੰਦਾ ਵੀ ਚਲੋ ਇਹ ਨਹੀਂ ਸਨ ਹਾਜ਼ਰ, ਮੈਂ ਤਾਂ ਕਹਿਣਗੇ ਤੁਸੀਂ ਵੀ ਨਹੀਂ ਸੋ, ਤੁਸੀਂ ਤਾਂ ਕਾਬਲ ਦੇ ਵਿੱਚ ਘੋੜੇ ਵੀ ਖਰੀਦਦੇ ਸੀ। ਮੈਂ ਕਹਿੰਦਾ ਧੰਨ ਹੈ ਉਹ ਕਾਜੀ ਤੇ ਧੰਨ ਉਹ ਦੌਲਤ ਖਾਂ ਜਿਹਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਕਹਿ ਲਗੇ ਸੱਤ ਕਹਿੰਦੇ ਹੋ, ਵਾਕਈ ਸੱਚ ਕਹਿੰਦੇ ਹੋ। ਨਹੀਂ ਤੇ ਬੰਦਾ ਮੰਨਦਾ, ਉਹ ਆਖਦਾ ਨਹੀਂ ਮੈਂ ਤਾਂ ਇੱਥੇ ਹੀ ਸਾਂ, ਉਹ ਆਖਿਰ ਮੈਂ ਤਾਂ ਇੱਥੇ ਹੀ ਸਾਂ, ਮੈਂ ਕਿਤੇ ਨਹੀਂ ਗਿਆ। ਪਰ ਕਿੰਨੇ ਚੰਗੇ ਸਨ ਉਹ ਦੌਲਤ ਖਾਂ ਤੇ ਉਹ ਕਾਜੀ, ਮੰਨ ਕੇ ਕਹਿ ਲਗੇ ਸੱਚ ਕਹਿੰਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅਸੀਂ ਗੈਰ ਹਾਜ਼ਰ ਸਾਂ। ਸਤਿਗੁਰੂ ਪਾਤਸ਼ਾਹ ਜੀ ਨੇ ਸੱਚ ਦੀ ਇਬਾਦਤ ਕਰਨ ਦੀ ਜਾਚ ਸਿਖਾਈ। ਪਰ ਇੱਥੋਂ ਇੱਕ ਨਵੀਂ ਸ਼ੁਰੂਆਤ ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀਤੀ ਸਨ 1507 ਵਿੱਚ। ਅੱਜ ਆਪਣੇ ਸਾਰੇ ਪਰਿਵਾਰ ਨੂੰ ਬੁਲਾਇਆ ਕੋਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸੁਪੁੱਤਰ ਨੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਚੰਦ ਜੀ ਕੋਲ ਆਏ। ਉਹਨਾਂ ਸਤਿਗੁਰੂ ਪਾਤਸ਼ਾਹ ਜੀ ਦੀ ਧਰਮ ਪਤੀ ਸੁਲੱਖਣੀ ਜੀ ਕੋਲ ਆਏ, ਬੇਬੇ ਨਾਨਕੀ ਜੀ ਆਏ ਨੇ, ਭਾਈ ਜੈ ਰਾਮ ਜੀ ਆਏ ਨੇ, ਕੋਲ ਬੈਠੇ ਨੇ। ਗੁਰੂ ਨਾਨਕ ਸਾਹਿਬ ਦੇ ਸਹੁਰਾ ਜੀ ਭਾਈ ਗੋਲਚੰਦ ਜੀ, ਸੱਸ ਚੰਦੋ ਰਾਣੀ ਜੀ ਇਹ ਵੀ ਕੋਲ ਆ ਕੇ ਬੈਠੇ ਨੇ। ਬੈਠੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨਾਲ ਭਾਈ ਮਰਦਾਨਾ ਜੀ ਬੈਠੇ। ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ, ਭਾਈ ਗੁਰਦਾਸ ਜੀ ਆਖਦੇ ਨੇ ਬਾਬਾ ਦੇਖੇ ਧਿਆਨ ਤਾ ਜਲਤੀ ਸਭ ਪ੍ਰਿਥਵੀ ਦਿਸਿਆਈ।
ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਧਿਆਨ ਧਰਿਆ ਤੇ ਉਹਨਾਂ ਨੂੰ ਲੋਕਾਂ ਦੇ ਦੁੱਖ ਸੁਣਾਈ ਦਿੱਤੇ, ਲੋਕਾਂ ਦੀ ਕੁਰਲਾਹਟ ਸੁਣਾਈ ਦਿੱਤੀ, ਲੋਕਾਂ ਦੀਆਂ ਮੁਸ਼ਕਲਾਂ ਚਿੰਤਾਵਾਂ ਸੁਣਾਈ ਦੇ ਰਹੀਆਂ ਨੇ, ਕੰਨਾਂ ਵਿੱਚ ਪੈ ਰਿਹਾ। ਕੋਈ ਆਖ ਰਿਹਾ ਮੈਨੂੰ ਆਹ ਚਿੰਤਾ ਹੈ, ਕੋਈ ਕਹਿੰਦਾ ਮੈਨੂੰ ਆਹ ਚਿੰਤਾ ਹੈ, ਕੋਈ ਕਹਿ ਰਿਹਾ ਮੈਂ ਆਹ ਇਸ ਕਰਕੇ ਦੁਖੀ ਹਾਂ, ਕੋਈ ਕਹਿੰਦਾ ਮੈਨੂੰ ਆਹ ਦੁੱਖ ਹੈ। ਹਰ ਕੋਈ ਮਨੁੱਖ ਦੁਨੀਆ ਵਿੱਚ ਦੁਖੀ ਹੈ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਪੁਕਾਰ ਪਿਆ ਕਰ ਰਿਹਾ। ਅਸਲ ਦੇ ਵਿੱਚ ਇਸੇ ਪੁਕਾਰ ਕਰਕੇ ਤੇ ਗੁਰੂ ਨਾਨਕ ਸਾਹਿਬ ਜਗਤ ਵਿੱਚ ਆਏ ਨੇ, ਪਰਮੇਸ਼ਰ ਨੇ ਘੱਲਿਆ। ਸੁਣੀ ਪੁਕਾਰ ਦਾਤਾਰ ਪ੍ਰਭੂ ਗੁਰੂ ਨਾਨਕ ਜਗ ਮਾਈ ਪਠਾਇਆ। ਪਰਮੇਸ਼ਰ ਨੇ ਤਾਂ ਹੀ ਗੁਰੂ ਨਾਨਕ ਸਾਹਿਬ ਨੂੰ ਘੱਲਿਆ ਨਾ ਜਗਤ ਵਿੱਚ। ਕਾਹਦੇ ਵਾਸਤੇ? ਕਿ ਦੁਨੀਆ ਦੇ ਦੁੱਖਾਂ ਨੂੰ, ਤਕਲੀਫਾਂ ਨੂੰ ਦੂਰ ਕਰਨਾ ਹੈ। ਕਿਉਂ? ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਗੁਰੂ ਤੋਂ ਬਿਨਾਂ ਲੋਕਾਂ ਦਾ ਹਾਲ ਇਹ ਹੋ ਗਿਆ ਕਿ ਹਰ ਪਾਸੇ ਹਾਹਾਕਾਰ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧਿਆਨ ਧਰ ਕੇ ਵੇਖਦੇ ਨੇ, ਉਹਨਾਂ ਨੂੰ ਇਹ ਸਾਰੀ ਸ੍ਰਿਸ਼ਟੀ ਤਪਦੀ ਨਜ਼ਰ ਆਉਂਦੀ। ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਇੱਥੇ ਬੜੀ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਭਾਈ ਗੁਰਦਾਸ ਜੀ ਆਖਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਇੱਕ ਨਵੀਂ ਰੀਤ ਆਰੰਭ ਕਰਨੀ ਹੈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਉਦਾਸੀ ਭਾਵ ਪ੍ਰਚਾਰਕ ਦੌਰੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੋਂ ਚੱਲਣਾ ਹੈ। ਤੇ ਹੁਣ ਸਾਰੇ ਪਰਿਵਾਰ ਨੂੰ ਆਖ ਦਿੱਤਾ ਵੀ ਕਹਿਣ ਲੱਗੇ ਵੀ ਮੈਨੂੰ ਜਾਣਾ ਪੈਣਾ ਹੈ, ਕਿਉਂਕਿ ਮੈਂ ਲੋਕਾਈ ਦੇ ਦੁੱਖ ਨੂੰ ਵੇਖ ਨਹੀਂ ਸਕਦਾ। ਸਮਾਂ ਆ ਗਿਆ ਹੁਣ ਲੋਕਾਈ ਦੇ ਦੁੱਖ ਤੇ ਤਕਲੀਫਾਂ ਨੂੰ ਦੂਰ ਕਰਨ ਦਾ। ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਗਰੀਬ ਨਵਾਜ ਇੱਥੇ ਫਿਰ ਭੈਣ ਬੇਬੇ ਨਾਨਕੀ ਨੂੰ ਆਖਦੇ ਨੇ, ਕਹਿਣ ਲੱਗੇ ਮੈਨੂੰ 20 ਰੁਪਈਆਂ ਦੀ ਲੋੜ ਹੈ। ਹੁਣ ਭੈਣ ਬੇਬੇ ਨਾਨਕੀ ਹੈਰਾਨ ਹੁੰਦੇ ਨੇ, ਗੱਲ ਸਮਝਣ ਵਾਲੀ ਵੇਖੋ, ਹੈਰਾਨ ਹੁੰਦੇ ਨੇ ਵੀ ਇਹਨਾਂ ਕੋਲ ਤਾਂ ਬਹੁਤ ਦੌਲਤ ਹੈ, ਧਨ ਹੈ, ਪੈਸਾ ਹੈ, ਫਿਰ ਅੱਜ ਮੇਰੇ ਕੋਲ 20 ਰੁਪਏ ਨਾਲ ਕਹਿ ਦਿੱਤਾ। ਕਹਿਣ ਲੱਗੇ ਵੀ 20 ਰੁਪਏ ਕਾਹਦੇ ਵਾਸਤੇ? ਕਹਿਣ ਲੱਗੇ ਵੀ ਲੋੜ ਹੈ। 20 ਰੁਪਏ ਲੈ ਕੇ ਭਾਈ ਮਰਦਾਨਾ ਜੀ ਨੂੰ ਦਿੱਤੇ। ਭਾਈ ਮਰਦਾਨਾ ਜੀ ਨੂੰ ਆਖਿਆ, ਕਹਿਣ ਲੱਗੇ ਵੀ ਤੁਸੀਂ ਇਹਨਾਂ 20 ਰੁਪਈਆਂ ਨੂੰ ਲੈ ਕੇ ਜਾਓ ਭਾਈ ਫਰਿੰਦੇ ਕੋਲ, ਤੇ ਭਾਈ ਫਰਿੰਦੇ ਕੋਲ ਜਾ ਕੇ ਤੁਸੀਂ ਰਬਾਬ ਲੈ ਕੇ ਆਓ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਤੇ ਭਾਈ ਮਰਦਾਨਾ ਜੀ ਭਾਈ ਫਰਿੰਦੇ ਕੋਲ ਗਏ। ਹੁਣ ਜਦੋਂ ਗਏ ਤੇ ਭਾਈ ਫਰਿੰਦੇ ਨੇ ਭਾਈ ਮਰਦਾਨਾ ਜੀ ਨੂੰ ਬੜੇ ਉੱਚੇ ਥਾਂ ਤੇ ਬਿਠਾਇਆ ਤੇ ਜਲ ਪਾਣੀ ਛਕਾਇਆ, ਪ੍ਰਸ਼ਾਦਾ ਛਕਾਇਆ, ਆਓ ਭਗਤ ਕੀਤੀ। ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਿੱਖ ਹੈ ਭਾਈ ਫਰਿੰਦਾ ਵੀ। ਰਬਾਬ ਬਣਾਉਣ ਦਾ ਕੰਮ ਹੈ। ਯਾਦ ਰੱਖਿਓ, ਰਬਾਬ ਇੱਕ ਬੜਾ ਉੱਚ ਕੋਟੀ ਦਾ ਸਾਜ਼ ਹੈ। ਇਹ ਅਸਲ ਦੇ ਵਿੱਚ ਜਦੋਂ ਇਹਨੂੰ ਸਿੱਖਣਾ ਹੋਵੇ ਤਾਂ ਇਹਦੇ ਵਾਸਤੇ ਬੜੀ ਸਮਝ ਚਾਹੀਦੀ ਹੈ ਔਰ ਬੜੀ ਮਿਹਨਤ ਲੱਗਦੀ ਇਹਨੂੰ ਸਿੱਖਣ ਵਾਸਤੇ। ਜਦੋਂ ਭਾਈ ਫਰਿੰਦੇ ਕੋਲ ਭਾਈ ਮਰਦਾਨਾ ਜੀ ਰਬਾਬ ਲੈਣ ਵਾਸਤੇ ਗਏ ਤੇ ਹੁਣ ਭਾਈ ਫਰਿੰਦਾ ਜੀ ਰਬਾਬ ਲੈ ਕੇ ਆਏ, ਨਾਲ ਇੱਕ ਗੱਲ ਆਖੀ, ਕਹਿ ਲਗੇ ਕੀਮਤ ਲੈ ਕੇ ਆਏ ਹੋ? ਤੇ ਬੜੇ ਹੈਰਾਨ ਹੋਏ ਭਾਈ ਮਰਦਾਨਾ ਜੀ, ਕਹਿਣ ਲੱਗੇ ਕਮਾਲ ਹੈ, ਮੈਂ ਤੇ ਸੋਚਿਆ ਸੀ ਵੀ ਇੰਨੀ ਸੇਵਾ ਭਾਵਨਾ ਕਰਨ ਵਾਲੇ, ਕਹਿ ਲਗੇ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ, ਪਰ ਹੱਦ ਹੋ ਗਈ ਹੈ। ਕਹਿ ਲਗੇ ਤਾਂ ਹੀ ਕਹਿ ਲਗੇ ਪਤਾ ਹੋਵੇਗਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਵੀ ਕਿੰਨਾ ਲਾਲਚੀ ਹੈ, ਵੀ ਇਹਨੇ ਪਹਿਲੇ ਪੁੱਛਿਆ ਵੀ ਤੁਸੀਂ ਪੈਸੇ ਲੈ ਕੇ ਆਏ, ਤਾਂ ਹੀ ਗੁਰੂ ਨਾਨਕ ਸਾਹਿਬ ਨੇ 20 ਰੁਪਏ ਏਡੀ ਵੱਡੀ ਰਕਮ ਦਿੱਤੀ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 20 ਰੁਪਏ ਦੇ ਕੇ ਤੋਰਿਆ ਸੀ ਭਾਈ ਮਰਦਾਨਾ ਜੀ ਨੂੰ। ਤੇ ਹੁਣ ਉਹਨਾਂ ਆਖਿਆ ਭਾਈ ਮਰਦਾਨੇ ਜੀ, ਕਹਿਣ ਲੱਗੇ ਵੀ ਦੱਸ ਕਿੰਨੀ ਕੀਮਤ ਹੈ ਰਬਾਬ ਦੀ? ਇੱਕ ਆਨਾ, 2 ਆਨਾ, 4 ਆਨੇ, 5 ਆਨੇ। ਉਹ ਕਹਿਣ ਲੱਗਾ ਨਹੀਂ, ਇਹਦੀ ਜੋ ਕੀਮਤ ਹੈ ਨਾ ਉਹ ਬਹੁਤ ਹੀ ਜ਼ਿਆਦਾ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਸਾਡਾ ਖਾਨਦਾਨ ਹੀ, ਕਹਿਣ ਲੱਗੇ ਰਬਾਬਾਂ ਵਜਾਉਂਦਾ ਰਿਹਾ, ਸਾਨੂੰ ਪਤਾ ਹੈ ਰਬਾਬ ਕਿੰਨੇ ਕੁ ਦੀ ਹੁੰਦੀ ਹੈ। ਜਾਂ ਤਾਂ ਕੋਈ ਅਣਜਾਣ ਮਨੁੱਖ ਹੋਵੇ, ਉਹਨੂੰ ਨਹੀਂ ਪਤਾ ਗਿਆਨ, ਮੇਰਾ ਸਾਡਾ ਤੇ ਕੀਤਾ ਹੀ ਰਬਾਬਾਂ, ਕਹਿਣ ਲੱਗੇ ਵਜਾਉਣ ਦਾ ਸਾਡੇ ਪੁਰਖੇ ਵਜਾਉਂਦੇ ਆਏ ਨੇ, ਸਾਨੂੰ ਪਤਾ ਹੈ। ਇਸ ਕਰਕੇ ਕਿੰਨੀ ਕੁ ਮਹਿੰਗੀ ਹੋਵੇਗੀ? ਐਸੇ ਕਿਹੜੇ ਤੇ ਹੀਰੇ ਲੱਗੇ ਹੋਏ ਨੇ, ਇੰਨੀ ਮਹਿੰਗੀ? ਉਹ ਆਖਦੇ ਨੇ, ਕਹਿਣ ਲੱਗੇ ਹਾਂ ਵਾਕਈ ਇਹ ਬੜੀ ਮਹਿੰਗੀ ਹੈ, ਜੇ ਤੂੰ ਕੀਮਤ ਚੁਕਾਉਣ ਲਈ ਤਿਆਰ ਹੈ ਤੇ ਮੈਂ ਤਾਂ ਰਬਾਬ ਤੈਨੂੰ ਦੇਣੀ ਹੈ। ਕਹਿਣ ਲੱਗੇ ਦੱਸੋ? ਕਹਿਣ ਲੱਗੇ ਭਾਈ ਮਰਦਾਨਿਆ, ਇਹ ਰਬਾਬ ਮੈਂ ਤਾਂ ਤੈਨੂੰ ਦੇਵਾਂਗਾ ਜੇ ਤੂੰ ਇਹ ਰਬਾਬ ਸਿਰਫ ਦੀਨ ਦੁਨੀ ਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ
ਚਰਨਾਂ ਵਿੱਚ ਹੀ ਹਮੇਸ਼ਾ ਵਜਾਵੇਂਗਾ। ਇਹ ਕਦੀ ਕਿਸੇ ਰਾਜੇ ਮਹਾਰਾਜੇ ਦੇ ਦਰਬਾਰ ਵਿੱਚ ਨਹੀਂ ਵੱਜਣੀ ਚਾਹੀਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਮਰਦਾਨੇ ਦੇ ਅੱਖਾਂ 'ਚ ਪਾਣੀ ਆ ਗਿਆ, ਕਹਿਣਗੇ ਧੰਨ ਹੈ ਗੁਰੂ ਕਾ ਸਿੱਖ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ। ਤੇ ਕੀਮਤ ਕੀ? ਕਹਿਣਗੇ ਰਬਾਬ ਇਹਨੇ ਚਾਅ ਨਾਲ ਬਣਾਈ ਹੈ, ਵੱਜੇ ਵੀ ਕੇਵਲ ਗੁਰੂ ਨਾਨਕ ਸਾਹਿਬ ਦੇ ਦਰ ਤੇ। ਇਹ ਕਦੀ ਕਿਸੇ ਰਾਜੇ ਮਹਾਰਾਜੇ ਅੱਗੇ ਜਾਂ ਕਿਸੇ ਹੋਰ ਦੀ ਸਿਫਤ ਵਿੱਚ ਨਹੀਂ ਵੱਜਣੀ ਚਾਹੀਦੀ। ਸੱਚ ਜਾਣਿਓ, ਭਾਈ ਮਰਦਾਨਾ ਜੀ ਨੇ ਆਖਿਆ, ਕਹਿਣ ਲੱਗੇ ਮੈਂ ਤੇ ਜੀਵਨ ਹੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਿਸ਼ਾਵਰ ਕਰ ਦਿੱਤਾ ਹੈ। ਫਿਰ ਇਹ ਰਬਾਬ ਜਦੋਂ ਵੀ ਵੱਜੇਗੀ ਇਹ ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹੀ ਵੱਜੇਗੀ। ਇਹ ਕਦੀ ਕਿਸੇ ਰਾਜੇ ਮਹਾਰਾਜੇ ਦਰਬਾਰ ਵਿੱਚ ਨਹੀਂ ਵੱਜੇਗੀ। ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭਾਈ ਫਰੰਦੇ ਕੋਲੋਂ ਉਹ ਰਬਾਬ ਲੈ ਕੇ ਆਏ। ਪਰ ਇੱਕ ਗੱਲ ਸਮਝਿਓ, ਔਰਤ ਨੂੰ ਕਿੰਨਾ ਮਾਣ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਕਿਸੇ ਹੋਰ ਰਹਿਬਰ ਨੇ ਅੱਜ ਤੱਕ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਵਿੱਚ ਔਰਤ ਦਾ ਨਾਮ ਤੱਕ ਨਹੀਂ ਆਇਆ, ਪਰ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਔਰਤ ਦਾ ਨਾਮ ਤੱਕ ਆਇਆ। ਮਾਤਾ ਖੀਵੀ ਜੀ ਦਾ ਆਪਾਂ ਨਾਮ ਬੜੇ ਪਿਆਰ ਨਾਲ ਸਤਿਕਾਰ ਨਾਲ ਬਾਬਾ ਸੱਤਾ ਤੇ ਬਾਬਾ ਬਲਵੰਤ ਜੀ ਦੀ ਵਾਰ ਵਿੱਚ ਪੜ੍ਹਦੇ ਹਾਂ। ਕਿੰਨਾ ਮਾਣ ਗੁਰੂ ਸਾਹਿਬ ਨੇ ਕੀਤਾ। ਰਬਾਬ ਜੇ ਖਰੀਦੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 20 ਰੁਪਏ ਭੈਣ ਬੀਬੀ ਨਾਨਕੀ ਤੋਂ ਲੈ ਕੇ ਤੇ ਫਿਰ ਉਹ ਰਬਾਬ ਖਰੀਦੀ। ਮਨੁੱਖਤਾ ਨੂੰ ਦੱਸ ਦਿੱਤਾ ਵੀ ਇਸ ਘਰ ਦੇ ਵਿੱਚ ਔਰਤ ਨੂੰ ਵੀ ਉਨਾ ਹੀ ਸਨਮਾਨ ਦਿੱਤਾ ਜਾਂਦਾ ਹੈ ਜਿੰਨਾ ਇੱਕ ਪੁਰਖ ਨੂੰ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤਾਂ ਕਰਨ। ਅਸੀਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਤੇ ਆਪਣਾ ਜੀਵਨ ਸਫਲਾ ਕਰ ਸਕੀਏ। ਘੱਟੋ ਘੱਟ ਆਪਾਂ ਪੁਰਬ ਮਨਾ ਰਹੇ ਹਾਂ ਤੇ ਇੱਕ ਪ੍ਰਣ ਜ਼ਰੂਰ ਕਰਕੇ ਜਾਈਏ ਵੀ ਸਤਿਗੁਰ ਜੀਓ, ਜ਼ਿਆਦਾ ਨਹੀਂ ਤਾਂ ਘੱਟੋ ਘੱਟ ਰੋਜ਼ਾਨਾ ਆਪਾਂ ਜਪਜੀ ਸਾਹਿਬ ਦਾ ਪਾਠ ਤੇ ਜ਼ਰੂਰ ਕਰਾਂਗੇ। ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਦਾਤ ਲੈ ਕੇ ਜਾਈਏ ਤਾਂ ਜੋ ਗੁਰੂ ਸਾਹਿਬ ਦੀਆਂ ਰਹਿਮਤਾਂ ਸਾਡੇ ਉੱਤੇ ਸਦਾ ਬਣੀਆਂ ਰਹਿਣ। ਆਓ ਹੁਣ ਸਮਾਂ ਕੀਰਤਨ ਦਾ ਹੈ। ਸਤਿਕਾਰਯੋਗ ਭਾਈ ਸਾਹਿਬ ਪਹੁੰਚ ਚੁੱਕੇ ਨੇ। ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਸੱਚੀ ਸਾਹਿਬ ਦੱਸਣਗੇ। ਆਓ ਉਹਨਾਂ ਪਾਸੋਂ ਅਗਲੇ ਪ੍ਰੋਗਰਾਮ ਆਪਾਂ ਸ਼ਰਵਣ ਕਰੀਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਬੈਠੇ ਸਾਧ ਸੰਗਤ ਜੀ, ਆਓ ਇੱਕ ਵਾਰ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪ ਜੀ ਨੇ ਸਾਡੇ ਗ੍ਰੰਥ ਸਾਹਿਬ ਭਾਈ ਮਿਹਰਬਾਨ ਸਿੰਘ ਜੀ ਕੋਲੋਂ ਕਥਾ ਸਰਵਣ ਕੀਤੀ। ਇਸ ਸ਼ੁਭ ਦਿਹਾੜੇ ਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਸਾਡੇ ਕੋਲ ਉਚੇਚੇ ਤੌਰ ਤੇ ਪਹੁੰਚੇ ਹਨ ਭਾਈ ਸਰਬਜੀਤ ਸਿੰਘ ਜਥਾ ਨਿਰਮਲ ਗੁਰਦੁਆਰੇ ਦੇ, ਜੋ ਕਿ ਆਪ ਜੀ ਨੂੰ ਸਵਾ 1 ਵਜੇ ਤੱਕ ਆਪਣੇ ਕੀਰਤਨ ਰਾਹੀਂ ਨਿਹਾਲ ਕਰਨਗੇ। ਸਾਰਿਆਂ ਨੇ ਜਮਾਨੇ ਉਚਿਤ ਹੋ ਕੇ ਕੀਰਤਨ ਸਰਵਣ ਕਰਨਾ ਜੀ। ਸੰਗਤ ਨੂੰ ਬੇਨਤੀ ਹੈ, ਥੋੜਾ ਉੱਚੀ ਬੋਲ ਰਹੇ ਹਾਂ ਤਾਂ ਜੋ ਥੱਲੇ ਵੀ ਸੁਣ ਲੈਣ। ਸੰਗਤ ਨੂੰ ਬੇਨਤੀ ਹੈ, ਜੋ ਸੰਗਤ ਬਾਹਰ ਕੁਰਸੀਆਂ ਵਗੈਰਾ ਤੇ ਬੈਠੇ ਹਨ, ਜਿਨ੍ਹਾਂ ਨੇ ਲੰਗਰ ਛਕ ਲਿਆ ਹੈ, ਦੁੱਧ ਜਲੇਬੀਆਂ ਦਾ ਲੰਗਰ ਵੀ ਛਕ ਲਿਆ ਹੈ, ਪਾਣੀ ਪੀਣੇ ਦਾ ਵੀ ਛਕ ਲਿਆ ਹੈ, ਉਹ ਜਾਂ ਤੇ ਦਰਬਾਰ ਆ ਕੇ ਹਾਜ਼ਰੀ ਭਰ ਲੈਣ ਜਾਂ ਫਿਰ ਕਹਿਣਾ ਠੀਕ ਨਹੀਂ ਲੱਗਣ ਡਿਆ। ਪਰ ਕਿਉਂਕਿ ਕੋਰੋਨਾ ਵਾਇਰਸ ਦਾ ਟਾਈਮ ਹੈ ਤੇ ਜਿੰਨਾ ਰਸ਼ ਕਰਾਂਗੇ ਨਾ ਉਨਾ ਹੀ ਆਪਣੇ ਵਾਸਤੇ ਨੁਕਸਾਨਦਾਇਕ ਹੈ। ਕੱਲ ਨੂੰ ਕੋਈ ਅਥਾਰਟੀ ਆ ਕੇ ਆਪਾਂ ਨੂੰ ਕਹਿ ਸਕਦੀ ਹੈ, ਆਪਾਂ ਬੜਾ ਕੁਐਸਚਨ ਤੇ ਲਏ ਨੇ, ਸਾਰੇ ਚੈਕਿੰਗ ਵਗੈਰਾ ਕਰਨੇ, ਫਿਰ ਵੀ ਅਨਨੈਸੈਸਰੀ ਟਾਈਮ ਪਾਸ ਨਹੀਂ ਨਾ ਕੀਤਾ ਜਾਵੇ। ਜਿਨ੍ਹਾਂ ਮੱਥਾ ਟੇਕ ਲਿਆ ਹੈ, ਲੰਗਰ ਛਕ ਲਿਆ ਹੈ, ਬਾਹਰ ਦਾ ਨਾਸ਼ਤਾ ਪਾਣੀ ਵੀ ਕਰ ਚੁੱਕੇ ਹਨ, ਉਹ ਘਰਾਂ ਨੂੰ ਜਾਣ ਦੀ ਥੋੜੀ ਖੇਚਲ ਕਰਨ, ਕਿਉਂਕਿ ਜ਼ਿਆਦਾ ਟਾਈਮ ਜਿਹੜਾ ਬਾਹਰ ਕੁਰਸੀਆਂ ਤੇ ਬੈਠ ਕੇ ਜਾਂ ਗੱਪਾਂ ਮਾਰ ਕੇ ਉਹ ਟਾਈਮ ਤੇ ਠੀਕ ਹੈ ਪਾਸ ਹੁੰਦਾ ਹੈ, ਪਰ ਇਹਦੇ ਹਾਲਾਤ ਇਹੋ ਜਿਹੇ ਨੇ, ਪੈਂਡੈਮਿਕ ਦਾ ਇਸ਼ੂ ਹੈ। ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਿਆਦਾ